ਮੈਂ ਕਾਲਜ ਪਹਿਲੇ ਸਾਲ ਹੀ ਜਦੋਂ ਪ੍ਰੀਤ ਲੜੀ ਪੜ੍ਹੀ ਤਾਂ ਮੈਂ ਉਹਨਾਂ ਦਾ ਮੁਰੀਦ ਹੋ ਗਿਆ। ਕਵਿਤਾ ਦੇ ਤੌਰ ਤੇ ਤਾਂ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਰਿਤ ਕੀਤਾ ਬਾਬਾ ਬਲਵੰਤ ਨੇ, ਕਿਉਂਕਿ ਇੱਕ ਭੈਣ ਮੇਰੇ ਤੋਂ ਵੱਡੀ, ਉਹਦਾ ਤੇ ਵਿਆਹ ਉਹ ਕਰ ਗਏ। ਸਿਰਫ ਹੋਰ 4 ਭੈਣਾਂ ਮੇਰੇ ਤੋਂ ਛੋਟੀਆਂ ਸੀ, ਉਸ ਤੋਂ ਛੋਟਾ ਇੱਕ ਭਰਾ ਸੀ ਕਿ ਮੈਂ ਹੀ ਉਹਨਾਂ ਨੂੰ ਇੱਕ ਫੀਡ ਕਰਨ ਵਾਲਾ ਸਾਰਾ ਮੇਰੇ ਸਿਰ ਹੀ ਪੈ ਗਿਆ ਸਾਰਾ। ਆਉਂਦਾ ਤਾਂ ਮੈਨੂੰ ਹੈ ਹੀ ਨਹੀਂ ਸੀ, ਕੰਮ ਤਾਂ ਉਹਦਾ ਨਹੀਂ ਸੀਗਾ। ਫਿਰ ਮੈਂ ਪੈਂਟ ਪਾਈ ਤੇ ਇੰਨੇ ਕੁ ਪੈਸੇ ਹਫ਼ਤੇ 'ਚ ਹੋ ਗਏ। ਮੈਂ ਕਿਹਾ ਚਲੋ ਹੁਣ ਬੰਬੇ ਚੱਲਦੇ ਹਾਂ। ਕੋਈ ਜਾਣਦਾ ਨਹੀਂ, ਬੰਬੇ ਵੀ ਕੋਈ ਜਾਣਦਾ ਨਹੀਂ। ਮਿਲਖਾ ਸਿੰਘ ਜਿਹੜੇ ਸੀ ਨਾ ਆਪਣੇ, ਇਹ ਮੇਰੇ ਮਿੱਤਰ ਦੇ ਮਾਮਾ ਜੀ ਸੀ ਤੇ ਹਫ਼ਤਾ ਭਰ ਮੈਂ ਇਹਨਾਂ ਦੇ ਕੋਲ ਹੀ ਰਿਹਾ। ਰੂਹ ਦੇ ਹਰ ਸਵਾਲ ਦਾ ਅਧੂਰਾ ਜਵਾਬ ਛੱਡ ਕੇ, ਪਤਾ ਨਹੀਂ ਕਿੱਧਰ ਤੁਰ ਗਿਆ ਉਹ ਖੁੱਲੀ ਕਿਤਾਬ ਛੱਡ ਕੇ। ਮਨ ਅੱਜ ਕੱਲ੍ਹ ਬਹੁਤ ਪਰੇਸ਼ਾਨ ਰਹਿੰਦਾ ਹੈ। ਸ਼ਾਇਦ ਅਜੇ ਕੋਈ ਹੋਰ ਇਮਤਿਹਾਨ ਰਹਿੰਦਾ ਹੈ। ਉਹਦੀ ਮਿਹਰ ਤੋਂ ਮੁਨੱਕਰ ਤਾਂ ਨਹੀਂ ਮੈਂ, ਦਿਲ ਤੇ ਬੋਝ ਬਣ ਕਿਉਂ ਆਸਾਨ ਰਹਿੰਦਾ ਹੈ। ਉਹ ਚੰਦ ਚੜੇ ਨੂੰ ਜਰਾ ਪੂਰੇ ਜੋਬਨ ਚ ਜਰਾ ਪੁੰਨਿਆ ਦੇ ਚੰਨ ਨੂੰ ਦੇਖਦਾ ਨਾ, ਤੇ ਉਸ ਪਾਣੀ ਵਿੱਚ ਉਛਾਲ ਆਉਂਦਾ ਜਿਹਨੂੰ ਅਸੀਂ ਜਵਾਰ ਭਾਟਾ ਕਹਿੰਦੇ ਹਾਂ। ਤੇ ਇਹ ਸਿਰਫ ਇੱਕ ਕਿਤਾਬ ਮੇਰੀ ਇਹ ਜੰਤ ਪੁਰਾਣ ਹੈ ਜਿਹੜੀ ਇਸ ਤਰ੍ਹਾਂ ਜਿਹੜੀਆਂ ਮੁੱਢਲੀਆਂ ਕਿਤਾਬਾਂ ਚੋਂ ਕਹਿ ਸਕਦੇ ਹਾਂ। ਬਾਕੀ ਸਾਰੀ ਕਿਤਾਬ ਜਿਹੜੀ ਹੈ ਉਹ ਸਮਾਜਿਕ ਮੁੱਦਿਆਂ ਤੇ ਆਧਾਰਿਤ ਹੀ ਹੈ। ਮੈਂ ਸਮੇਂ ਦੇ ਸੱਚ ਦਾ ਸ਼ਰੇਆਮ ਬਿਆਨ ਕਰਦਾ ਹਾਂ। ਉਹ ਕਹਿੰਦੇ ਮੈਂ ਸਮੇਂ ਦਾ ਹਾਣੀ ਹੋਣ ਤੇ ਮਾਣ ਕਰਦਾ ਹਾਂ। ਮੈਨੂੰ ਤੇ ਸ਼ਾਸਤਰਾਂ ਦੀ ਘੋਖ ਤੇ ਪੜਚੋਲ ਕਰਨ ਦੀ ਚਾਹ ਹੈ। ਉਹ ਜਾਣਨ ਮੈਂ ਸਦੀਆਂ ਪੁਰਾਣੀ ਰਵਾਇਤ ਦਾ ਅਪਮਾਨ ਕਰਦਾ। ਜਦੋਂ ਅਸੀਂ ਪੈਸੇ ਚੜਾ ਕੇ ਮੱਥੇ ਟੇਕਣ ਲੱਗ ਪਏ ਤੇ ਉਹਨਾਂ ਨੇ ਕਿਹਾ ਇਹ ਤਾਂ ਆਮਦਨ ਦਾ ਸਾਧਨ ਹੈ। ਕੁਝ ਚਤਰ ਵਰਗ ਨੇ ਕਿਹਾ ਇਹ ਤਾਂ ਆਮਦਨ ਦਾ ਸਾਧਨ ਹੈ। ਉਮਰ ਗਵਾਈ ਸਾਰੀ, ਸਮੇਂ ਦੀ ਕਦਰ ਨਾ ਪਾਈ, ਹੁਣ ਤੇ ਹੁਣੇ ਕੁਝ ਕਰ ਲਵਾਂ ਤਾਂ ਠੀਕ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ। ਤੇ ਅੱਜ ਜਿਸ ਸ਼ਾਇਰ ਨਾਲ, ਕਲਮਕਾਰ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਦੀ ਕਲਮ ਦਾ ਸਫ਼ਰ 1980 ਤੋਂ ਸ਼ੁਰੂ ਹੁੰਦਾ। ਹੁਣ ਤੱਕ ਉਹ ਪੰਜਾਬੀ ਸਾਹਿਤ ਨੂੰ 7 ਦੇ ਕਰੀਬ ਕਿਤਾਬਾਂ ਦੇ ਚੁੱਕੇ ਨੇ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਉਸ ਦੀ ਗੱਲ ਵੀ ਕੀਤੀ ਗਈ ਹੈ। ਭਾਵੇਂ ਗੁੜਤੀ ਇਸ਼ਕ ਮਜਾਜੀ ਤੋਂ ਲਈ ਹੈ, ਪਰ ਫਿਰ ਵੀ ਸਮੇਂ ਦੇ ਨਾਲ ਨਾਲ ਉਹਨਾਂ ਨੇ ਆਪਣੀ ਕਲਮ ਨੂੰ ਹੋਰ ਨਿਖਾਰਿਆ ਅਤੇ ਅੱਜ ਉਹ ਇੱਕ ਜੁਝਾਰਵਾਦੀ ਕਵਿਤਾ ਵੀ ਲਿਖਦੇ ਨੇ ਜਿਸ ਵਿੱਚੋਂ ਸਮਾਜ ਨੂੰ ਕੁਝ ਸੇਧ ਮਿਲ ਸਕੇ। ਸੋ ਮੈਂ ਗੱਲ ਕਰ ਰਿਹਾ ਸੇਵੀ ਰਾਇਤ ਜੀ ਉਹਨਾਂ ਦੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਉਹਨਾਂ ਨਾਲ ਮੁਲਾਕਾਤ ਕਰਾਂਗੇ, ਉਹਨਾਂ ਦੀ ਕਿਤਾਬਾਂ ਬਾਰੇ ਅਤੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਂਦੇ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਰਾਜ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਹੀ। ਤੁਹਾਡਾ ਵੀ ਧੰਨਵਾਦ ਹੈ ਜੀ। ਹਾਂਜੀ, ਵਿਜ਼ਨ ਟੈਲੀਵਿਜ਼ਨ ਦਾ ਅਤੇ ਕਰਨਵੀਰ ਜੀ ਤੁਹਾਡਾ ਵੀ ਸ਼ੁਕਰੀਆ। ਤੁਸੀਂ ਘਰ ਆ ਕੇ ਰਿਕਾਰਡਿੰਗ ਕਰ ਰਹੇ ਹੋ, ਬਹੁਤ ਵੱਡੀ ਗੱਲ ਹੈ। ਹਾਂ, ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਦੀ ਗੱਲ ਹੈ। ਅਤੇ ਜਿਵੇਂ ਤੁਹਾਡੀ ਜ਼ਿੰਦਗੀ ਦੇ ਸਫ਼ਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੰਮਾ ਅਰਸਾ ਹੋ ਗਿਆ ਤੁਹਾਨੂੰ ਕਲਮ ਨਾਲ ਜੁੜਿਆ ਨੂੰ। 1980 ਤੋਂ ਤੁਸੀਂ ਦੱਸ ਰਹੇ ਹੋ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਚੱਲ ਸੋ ਚੱਲ ਜ਼ਿੰਦਗੀ ਦਾ ਸਫ਼ਰ ਆ ਅਤੇ ਨਾਲ ਦੀ ਨਾਲ ਕਲਮ ਦਾ ਸਫ਼ਰ ਆ ਉਹ ਚੱਲਦਾ ਆ ਰਿਹਾ। ਪਰ ਜਿਵੇਂ ਦੀ ਜ਼ਿੰਦਗੀ ਰਹੀ ਹੈ ਉਹ ਹੈ ਵੀ ਬੜੇ ਰੁਝੇਵੇਂ ਰਹੇ ਨੇ। ਪਿੰਡ ਤੋਂ ਦਿੱਲੀ, ਫਿਰ ਚੰਡੀਗੜ੍ਹ। ਤਾਂ ਪਰ ਮੈਂ ਕਹੂੰਗਾ ਵੀ ਇੰਨੀ ਜ਼ਿੰਦਗੀ ਤੇਜ਼ ਦੇ ਵਿੱਚ, ਬਿਜ਼ੀ ਲਾਈਫ ਦੇ ਵਿੱਚ ਬੜਾ ਔਖਾ ਹੋ ਜਾਂਦਾ ਕਈ ਵਾਰ ਕਲਮ ਦੇ ਲਈ ਸਫ਼ਰ ਕੱਢਣਾ। ਤਾਂ ਫਿਰ ਤੁਹਾਡਾ ਇਹ ਮਸ਼ਰੂਫ ਜ਼ਿੰਦਗੀ ਦੇ ਵਿੱਚੋਂ ਕਲਮ ਨਾਲ ਸਾਂਝ ਕਿੱਦਾਂ ਪਈ ਅਤੇ ਫਿਰ ਇਹ ਕਲਮ ਨੇ ਕਿਤਾਬ ਦਾ ਰੂਪ ਕਿਵੇਂ ਧਾਰਿਆ? ਦੇਖੋ, ਕਲਮ ਦੀ ਸਾਂਝ ਤਾਂ ਜਿਹੜੀ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦੀ ਹੈ ਕਿ ਥੋੜ੍ਹੀ ਜਿਹੀ ਕੁਦਰਤੀ ਕਿਰਪਾ ਵੀ ਹੁੰਦੀ ਹੈ ਜੀ। ਹਾਂਜੀ। ਅਤੇ ਅਗਲੀ ਗੱਲ, ਜੇ ਉਸ ਕੁਦਰਤੀ ਕਿਰਪਾ ਨੂੰ ਤੁਸੀਂ ਧਿਆਨ ਨਹੀਂ ਦਿੰਦੇ ਜਾਂ ਸੰਭਾਲ ਕੇ ਨਹੀਂ ਰੱਖਦੇ ਤਾਂ ਫਿਰ ਕੁਛ ਨਹੀਂ ਹੋ ਸਕਦਾ। ਹਾਂਜੀ, ਉਸ ਦੀ ਕਿਰਪਾ ਨੂੰ, ਜੇ ਕੁਦਰਤ ਦੀ ਕੋਈ ਦਾਤ ਹੈ ਤੁਸੀਂ ਸਮਝਦੇ ਹੋ, ਉਸ ਦਾਤ ਨੂੰ ਤੁਸੀਂ ਸੰਭਾਲਿਆ, ਸਵਾਰਿਆ, ਹਾਂਜੀ, ਅਤੇ ਤਾਂ ਹੀ ਅੱਗੇ ਕੁਛ ਵੱਧ ਸਕਦੇ ਹੋ, ਕੁਛ ਬਣ ਸਕਦਾ। ਅਤੇ ਮੈਂ ਤਾਂ ਸ਼ੁਕਰਗੁਜ਼ਾਰ ਹੈ ਪ੍ਰੀਤ ਲੜੀ ਦਾ, ਹਾਂਜੀ, ਗੁਰਬਖਸ਼ ਸਿੰਘ ਜੀ ਦਾ, ਅਤੇ ਜਿਨ੍ਹਾਂ ਨੇ ਮੈਨੂੰ, ਜਿਨ੍ਹਾਂ ਦੀ ਲਿਖਤ ਨੇ ਔਰ ਜਿਨ੍ਹਾਂ ਦੀ ਗਾਈਡੈਂਸ ਨੇ ਮੈਨੂੰ ਇਹ ਸੇਧ ਦਿੱਤੀ ਸਾਹਿਤ ਵੱਲ। ਅਤੇ ਮੈਂ ਕਾਲਜ ਪਹਿਲੇ ਸਾਲ ਹੀ ਜਦੋਂ ਪ੍ਰੀਤ ਲੜੀ ਪੜ੍ਹੀ
ਤਾਂ ਮੈਂ ਉਹਨਾਂ ਦਾ ਮਰੀਦ ਹੋ ਗਿਆ ਹੂੰ ਤੇ ਮੈਂ ਪ੍ਰੀਤ ਮਿਲਣੀਆਂ ਤੇ ਉਹਨਾਂ ਦੀਆਂ ਹੁੰਦੀਆਂ ਰਹੀਆਂ, ਉਹ ਪ੍ਰੀਤ ਮਿਲਣੀ ਤੇ ਵੀ ਜਾਂਦੇ ਰਹੇ। ਜੀ ਅਸੀਂ ਸਾਡਾ ਜਦੋਂ ਵਿਆਹ ਹੋਇਆ ਅਸੀਂ ਉਹਨਾਂ ਕੋਲੋਂ ਆਸ਼ੀਰਵਾਦ ਲੈਣ ਗਏ। ਜੀ ਹਾਂਜੀ, ਤੇ ਮੇਰੇ ਉਹ ਸਮਝੋ ਕਿ ਪ੍ਰੇਰਨਾ ਸਰੋਤ, ਹਾਂਜੀ, ਗੁਰਬਖਸ਼ ਸਿੰਘ ਜੀਵਨ, ਉਹਨਾਂ ਦੀ ਲਿਖਤ ਨੇ ਹੀ ਮੇਰੇ ਜੋ ਜੀਵਨ ਨੂੰ ਢਾਲਿਆ। ਜੀ ਹਾਂਜੀ, ਤੇ ਮਤਲਬ ਕਾਲਜ ਦੀ ਜ਼ਿੰਦਗੀ ਚੋਂ ਹੀ ਨਾਲ ਦਾ ਜਿਹੜਾ ਵਾਹ ਵਾਸਤਾ ਕਾਲਜ ਵਾਲੀ ਲਾਈਫ ਤੋਂ ਹੀ ਹਾਂ, ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕੀਤਾ, ਲਿਟਰੇਚਰ ਦੀ ਪਲੀਤ ਲੜੀ, ਤਾਂ ਉਦੋਂ ਤੋਂ ਵਾਹ ਵਾਸਤਾ ਪੈ ਗਿਆ। ਤੇ ਫਿਰ ਇਹ ਹੁੰਦਾ ਵੀ ਦੇਖੋ ਸ਼ੌਂਕ ਜੀ ਪੜ੍ਹਨਾ ਤਾਂ ਮੈਂ ਕਾਲਜ ਲਾਈਫ ਤੋਂ ਹੀ ਆ ਕੇ ਪੜ੍ਹਨਾ ਸ਼ੁਰੂ ਕੀਤਾ ਹੈਗਾ। ਪਰ ਮੈਂ ਹੈਰਾਨ ਹੈ, ਮੈਂ ਤੇ 9ਵੀਂ 10ਵੀਂ 'ਚ ਹੀ ਲਿਖਣ ਲੱਗ ਪਿਆ ਸੀ। ਅੱਛਾ ਜੀ। ਹਾਂਜੀ, ਹੁਣ ਤੇ ਆਹ ਕਿਤਾਬ ਹੈ ਮੇਰੀ ਪਹਿਲੀ, ਅਜੰਤ ਪੁਰਾਣ ਹੈ, ਇਹਦੇ 'ਚ 3-4 ਨਜ਼ਮਾਂ ਤਾਂ ਮੈਂ 9ਵੀਂ 10ਵੀਂ 'ਚ, ਹਾਂਜੀ, ਲਿਖੀਆਂ ਨੇ ਤੇ ਉਹ ਅੱਜ ਵੀ ਪ੍ਰਵਾਨ ਹੋਈਆਂ ਨੇ। ਅੱਛਾ। ਹਾਂਜੀ, ਤੇ ਜਿਨ੍ਹਾਂ ਨੂੰ ਮੈਂ ਨਹੀਂ ਸੀ ਸਮਝਦਾ, ਇੰਨੀ ਉਮੀਦ ਨਹੀਂ ਸੀ ਦਿੰਦਾ, ਪਰ ਮਿੱਤਰਾਂ ਨੇ ਕਿਹਾ ਵੀ ਨਹੀਂ, ਇਹਨਾਂ 'ਚ ਵੀ ਕੋਈ ਗੱਲ ਹੈ। ਨਹੀਂ, ਗੱਲ ਹੁੰਦੀ ਹੈ ਵੀ ਉਦੋਂ ਨਾ ਜਦੋਂ ਆਪਾਂ ਲਿਖਣ ਲੱਗਦੇ ਹਾਂ, ਇੱਕ ਉਮਰ ਦਾ ਜਿਹੜਾ ਹੁੰਦਾ ਹੈ ਵੀ ਉਹ ਸਮੇਂ ਬਲਬਲੇ ਹੁੰਦੇ ਨੇ, ਬੰਦਾ ਉੱਥੋਂ ਸ਼ੁਰੂ ਕਰਦਾ। ਫਿਰ ਹੌਲੀ ਹੌਲੀ ਕਈ ਵਾਰ ਕੋਈ ਵਿਚਾਰਧਾਰਾ ਤੁਹਾਡੇ ਤੇ ਭਾਰੂ ਹੋ ਜਾਂਦੀ ਆ, ਜਾਂ ਆਪਾਂ ਨੂੰ ਕਿਸੇ ਨੂੰ ਲੇਖਕ ਨੂੰ ਪੜ੍ਹਨਾ ਆਪਾਂ ਨੂੰ ਚੰਗਾ ਲੱਗਦਾ, ਤਾਂ ਆਪਾਂ ਉਹੋ ਜਿਹਾ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ ਕਿ ਹੁੰਦਾ ਵੀ ਆਪਾਂ ਕਿਸੇ ਦੀ ਨਕਲ ਕਰਨ ਦੀ ਉਦੋਂ ਕੋਸ਼ਿਸ਼ ਕਰਦੇ ਹੁੰਦੇ ਹਾਂ। ਤਾਂ ਉਹ ਸੰਬੰਧ ਵਿੱਚ ਤੁਹਾਨੂੰ ਜ਼ਿਆਦਾ ਪੜ੍ਹਨ ਨੂੰ ਕਿਹੜੇ ਲੇਖਕ ਮਿਲੇ? ਦੇਖੋ, ਜਿਹੜੇ ਕਵਿਤਾ ਦੇ ਤੌਰ 'ਤੇ ਤਾਂ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਰਿਤ ਕੀਤਾ ਬਾਬਾ ਬਲਵੰਤ ਨੇ। ਹਾਂਜੀ, ਬਾਬਾ ਬਲਵੰਤ ਦੀ ਰਚਨਾ ਨੇ ਪ੍ਰੇਰਿਤ ਕੀਤਾ। ਅਤੇ ਪੜ੍ਹਿਆ ਮੈਂ ਜ਼ਰੂਰ ਹੈਗਾ ਇੰਨਾ, ਅਤੇ ਮੈਨੂੰ ਮੇਰੇ ਮਿੱਤਰ ਜਿਹੜੇ ਨੇ, ਆਲੋਚਕ ਨੇ, ਉਹ ਕਹਿੰਦੇ ਨੇ ਕਿ ਬਾਬਾ ਬਲਵੰਤ ਨਾਲ ਹੀ ਤੁਹਾਡੀਆਂ ਰਚਨਾਵਾਂ ਜਰਾ ਕੁਛ ਮੇਲ ਖਾਂਦੀਆਂ ਨੇ। ਅਤੇ ਫਿਰ ਕਈ ਵਾਰ ਜਦੋਂ ਆਪਾਂ ਲਿਖਦੇ ਹਾਂ ਨਾ, ਇੱਕ ਹੁੰਦਾ ਵੀ ਇੱਕ ਲੇਖਣੀ ਦੇ ਵਿੱਚ ਵੀ ਕਿੰਨੀਆਂ ਵਿਧਾਵਾਂ ਨੇ, ਜਾਂ ਕਹਾਣੀ ਹੈ, ਇਕਾਂਗੀ ਆ, ਨਾਟਕ ਨੇ, ਨਾਵਲ ਹੈ, ਅਤੇ ਉਹ ਤੋਂ ਬਾਅਦ ਦੂਜੀਆਂ ਕਾਵਿ ਰੂਪ ਰਚਨਾ ਨੇ, ਜਿਹਦੇ ਵਿੱਚ ਗਜ਼ਲ ਆ ਜਾਂਦੀ ਹੈ, ਕਵਿਤਾ, ਨਜ਼ਮ। ਅਤੇ ਇਹਦੇ ਵਿੱਚ ਕਾਵਿ ਰੂਪ ਨੂੰ ਅਪਣਾਉਣ ਦੀ ਖਾਸ ਵਜ੍ਹਾ? ਕਾਵਿ ਰੂਪ ਨੂੰ ਬਣਾਉਣ ਦੀ ਖਾਸ ਵਜ੍ਹਾ ਇਹ ਆ ਕਿ ਇਹ ਇੰਨਾ ਮੇਰੇ ਕੋਲ ਖੁੱਲ੍ਹਾ ਵਕਤ ਨਹੀਂ ਸੀ ਕਿ ਮੈਂ ਕਹਾਣੀ ਵੀ ਲਿਖਾਂ ਜਾਂ ਨਾਵਲ ਵੀ ਲਿਖਾਂ। ਉਥਲ ਪੁਥਲ ਤਾਂ ਇਹਦੀ ਵੀ ਹੁੰਦੀ ਰਹੀ, ਕਹਾਣੀ ਬਾਰੇ ਵੀ ਹੁੰਦੀ ਰਹੀ ਹੈ। 1-2 ਕਹਾਣੀਆਂ ਮੈਂ ਪਾੜ ਵੀ ਸੁੱਟੀਆਂ, ਹਾਂਜੀ, ਕਿਉਂਕਿ ਉਹਨਾਂ 'ਚ ਮੈਂ ਹੁਣ ਆ ਕੇ ਮੈਂ ਪਾੜ ਸੁੱਟੀਆਂ ਉਹ, ਅਤੇ ਕਿਉਂਕਿ ਉਹਨਾਂ 'ਚ ਕੋਈ ਕਹਾਣੀ ਤਾਂ ਸੀ ਪਰ ਉਹਨਾਂ 'ਚ ਕੋਈ ਸੇਧ ਨਹੀਂ ਸੀ। ਹਾਂਜੀ, ਅਤੇ ਹੁਣ ਮੇਰੀ ਵੀ ਇਹ ਸਾਰੀ ਕਵਿਤਾ ਹੈ, ਜਿਹੜੀ ਜਿੰਨੀ ਵੀ ਹੈ ਕਿਤਾਬਾਂ ਹੈ, ਕੋਈ ਸੇਧ ਹੈ, ਇਹਦੇ ਵਿੱਚ ਕੋਈ ਅੰਬੀਸ਼ਨ ਹੈ। ਫਿਰ ਦਿੱਲੀ ਜਾਣਾ ਤਾਂ ਸਬੱਬ ਕਿੱਦਾਂ ਬਣਿਆ? ਨਹੀਂ, ਦਿੱਲੀ ਜਾਣਾ ਇਸ ਤਰ੍ਹਾਂ ਸਬੱਬ ਬਣਿਆ ਕਿ ਪਿੰਡ ਫਾਦਰ ਦਾ ਬਿਜ਼ਨਸ ਸੀ, ਉਹ ਵੀ ਲੱਕੜੀ ਦਾ ਹੀ ਬਿਜ਼ਨਸ ਸੀ। ਠੀਕ ਹੈ। ਵੱਡੇ ਸੰਦੂਕ ਬਣਦੇ ਸੀ, ਵੱਡੇ ਜਿਹੜੇ ਪਿੰਡਾਂ 'ਚ ਪਹਿਲੇ ਸੰਦੂਕ ਨਹੀਂ ਹੁੰਦੇ, ਬੜੇ ਬੜੇ ਜਿਹੜੇ, ਹਾਂਜੀ, ਵਿਆਹ ਦਾਜ 'ਚ ਵੀ ਦਿੱਤੇ ਜਾਂਦੇ, ਪੇਟੀਆਂ ਨੇ ਜਗ੍ਹਾ ਲੈ ਲਈ ਸੀ। ਬੜਾ ਕੰਮ ਸੀਗਾ, ਬਹੁਤ ਕੰਮ ਸੀ ਤਕੜਾ। ਲੇਕਿਨ ਉਹ ਜਦੋਂ ਮੈਂ ਉਹੀ ਕਿ ਥੋੜ੍ਹੀ ਜਿਹੀ ਹੋਸ਼ ਹੈ, ਉਹਨਾਂ ਕੋਲ ਕਾਰੀਗਰ ਜਿਹੜੇ ਸੀਗੇ ਨਾ, 2-3-4 ਜਿਹੜੇ ਮੁਸਲਮਾਨ ਸੀਗੇ। ਇੰਨੀ ਕੁ ਮੈਨੂੰ ਹੋਸ਼ ਹੈ ਕਿ 7-8 ਸਾਲ ਦਾ ਤਾਂ ਮੈਂ ਉਹ ਹੋ ਹੀ ਗਿਆ ਸੀਗਾ। ਉਹ ਪਾਕਿਸਤਾਨ ਬਣਿਆ ਅਤੇ ਪਾਕਿਸਤਾਨ ਚਲੇ ਗਏ। ਅਤੇ ਫਾਦਰ ਕੰਮ ਸੀਗਾ ਉਹਨਾਂ ਦਾ ਕਾਰੋਬਾਰ, ਲੇਕਿਨ ਉਹ ਕਰਦੇ ਨਹੀਂ ਸੀ, ਆਪ ਨਹੀਂ ਸੀ ਕਰਦੇ। ਲੇਕਿਨ ਉਹ ਕਿਉਂਕਿ ਲੱਕੜੀ ਜਿਹੜੀ ਹੈ ਨਾ, ਵੁੱਡ ਜਿਹੜੀ ਆ, ਜ਼ਿਆਦਾ ਟਾਹਲੀ ਵਰਤੀ ਜਾਂਦੀ ਸੀ, ਔਰ ਟਾਹਲੀ ਖੂਹਾਂ 'ਤੇ ਮਿਲਦੀ ਸੀ, ਕਿਸਾਨਾਂ ਦੇ ਖੂਹਾਂ 'ਤੇ ਮਿਲਦੀ ਸੀ। ਉਹਨਾਂ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਜ਼ਿਆਦਾ। ਸ਼ਰਾਬ ਪੀ ਕੇ ਜਦੋਂ ਉਹ ਮੁਸਲਮਾਨ ਕਾਰੀਗਰ ਜਿਹੜੇ ਪਾਕਿਸਤਾਨ ਚਲੇ ਗਏ, ਹਾਂਜੀ, ਅਤੇ ਕੰਮ ਠੱਪ ਹੋ ਗਿਆ, ਕੰਮ ਬੰਦ ਹੋ ਗਿਆ। ਅਤੇ ਚੱਲਿਆ ਥੋੜ੍ਹਾ ਜਿਹਾ 5-7 ਸਾਲ, ਜਿਹੜਾ ਰੀਂਗ ਕੇ ਚੱਲਦਾ ਜਿਹੜਾ ਕੰਮ, ਇੱਕਦਮ ਨਹੀਂ ਬੰਦ ਹੁੰਦਾ। ਅਤੇ ਲੇਕਿਨ ਕਬੀਲਦਾਰੀ ਜਿਹੜੀ ਫਾਦਰ ਸੀ ਉਹ ਕਾਫੀ ਛੱਡ ਗਏ, ਕਿਉਂਕਿ ਇੱਕ ਭੈਣ ਮੇਰੇ ਤੋਂ ਵੱਡੀ, ਉਹਦਾ ਤੇ ਵਿਆਹ ਉਹ ਕਰ ਗਏ। ਸਿਰਫ ਹੋਰ 4 ਭੈਣਾਂ ਮੇਰੇ ਤੋਂ ਛੋਟੀਆਂ ਸੀ, ਉਸ ਤੋਂ ਛੋਟਾ ਇੱਕ ਭਰਾ ਸੀ, ਕਿ ਮੈਂ ਹੀ ਉਹਨਾਂ ਨੂੰ ਇੱਕ ਫੀਡ ਕਰਨ ਵਾਲਾ ਸਾਰਾ, ਮੇਰੇ ਸਿਰ ਹੀ ਪੈ ਗਿਆ ਸਾਰਾ ਉਹ। ਹਾਂਜੀ, ਅੱਛਾ, ਕੰਮ ਤੇ ਮੈਂ ਪੜ੍ਹਦਾ, ਇਲਤਾਂ ਤਾਂ ਕਰਦੇ ਹੀ ਨਹੀਂ ਬੰਦੇ, ਹਾਂਜੀ,
ਹੁਣ ਜੀ। ਕਿਸਾਨ ਦਾ ਪੁੱਤਰ ਹੈ, ਉਹ ਹਲ ਵਾਹੇਗਾ, ਉਹ ਤੇ ਉਹ ਤੀਲੇ ਜੋੜ ਕੇ ਹਾਲੀ ਬਣਾਏਗਾ। ਉਹ ਅਸੀਂ ਉੱਥੇ ਵਰਕਸ਼ਾਪ 'ਚ ਆਪਣੇ ਹਾਂਜੀ ਪਹਿਲਾਂ ਹੀ ਉਹ ਆਪਣੇ ਗੁੱਲੀ ਡੰਡਾ ਜਾਂ ਗੁੱਲੀ ਘੜ ਲੈਣੀ, ਗੁੱਲੀ ਕਰ ਲੈਣੀ, ਜੇ ਕੋਈ ਨਾ ਕੋਈ ਗੋਲਕ ਬਣਾ ਲੈਣੀ। ਹਾਂਜੀ ਕੋਈ ਮਾੜੀ ਮੋਟੀਆਂ ਹਿਲਤਾਂ ਤਾਂ ਕਰਨੀ ਹੀ ਹੁੰਦੀਆਂ ਨੇ ਹਿਲਤਾਂ। ਤੇ ਕਾਰੀਗਰ ਜਿਹੜੇ ਸੀਗੇ ਉਹ ਵੀ ਨਹੀਂ ਸੀ ਛੱਡਦੇ, ਆਪ ਵੀ ਮੇਰੇ ਨਾਲ ਇੱਧਰ ਰੰਦਾ ਖਚਾ ਇਹ ਕਰਾਂ, ਮਾੜਾ ਮੋਟਾ ਥੋੜਾ ਜਿਹਾ ਇਹਦੀ ਕੰਮ ਦੀ ਸਮਝ ਸੀ ਮਾੜੀ ਜੀ। ਦਿੱਲੀ ਚਲੇ ਗਿਆ। ਦਿੱਲੀ ਮੈਂ ਨਹੀਂ, ਮੈਨੂੰ ਕੋਈ ਜਾਣਦਾ ਨਹੀਂ ਸੀ, ਕੋਈ ਕੁਛ ਨਹੀਂ ਸੀ ਜਾਣਦਾ। ਦਿੱਲੀ ਮੈਂ ਕੰਮ ਕਰਨ ਲਈ ਨਹੀਂ ਸੀ ਗਿਆ। ਮੈਂ ਇੱਕ ਵਾੜਾ ਜਿਹਾ ਵਾਕਫ ਸੀ, ਸਾਡਾ ਗੁਆਂਢੀ ਸੀ ਠੇਕੇਦਾਰ, ਉਹ ਮੈਨੂੰ ਨਹੀਂ ਮਿਲਿਆ, ਉਹਦਾ ਮੈਨੂੰ ਫੋਰਮੈਨ ਮਿਲਿਆ ਜੀ। ਹਾਂਜੀ, ਉਹ ਕਹਿੰਦਾ ਕਾਕਾ ਕੁਛ, ਮੈਂ ਕਿਹਾ ਜੀ ਨੌਕਰੀ ਕਰਨ ਆਇਆ, ਮੈਨੂੰ ਨੌਕਰੀ ਚਾਹੀਦੀ ਹੈ। ਕਹਿੰਦਾ ਕੀ ਕਰੇਗਾ? ਮੈਂ ਕਿਹਾ ਜੀ ਕਲਰਕੀ ਮੈਨੂੰ ਮਿਲੀ, ਕਲਰਕ ਕਿਤੇ ਲਿਖਣ ਪੜ੍ਹਨ। ਹਾਂਜੀ, ਕਹਿੰਦਾ ਕੋਈ ਹੱਥੀਂ ਜਾਣਨਾ? ਉਹਨੇ ਮੈਨੂੰ ਕਿਹਾ ਵੀ ਤਾਂ ਮੈਂ ਕਿਹਾ ਹੱਥੀਂ, ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਮੈਂ ਹੱਥੀਂ ਇਹ ਜਾਣਦਾ, ਮੈਂ ਲੱਕੜੀ ਦਾ ਕੰਮ ਜਾਣਦਾ। ਲੱਕੜੀ ਦੀ ਵਰਕਸ਼ਾਪ ਉਹਨੇ ਮੈਨੂੰ ਕਿਹਾ ਮੋਤੀਆ ਖਾਨ ਚਲੇ ਜਾਓ ਦਿੱਲੀ, ਤੇ ਮੋਤੀਆ ਖਾਨ ਚਲੇ ਗਿਆ ਮੈਂ। ਤੇ ਉਹ ਲੱਕੜੀ ਦੀ ਵਰਕਸ਼ਾਪ 'ਚ ਇੱਕ ਉਹਨੇ ਕਿਹਾ ਕਾਕਾ ਆ ਜਾਓ ਕਰ ਲਓ। ਜਦੋਂ ਮੈਂ ਆਮ ਤੌਰ 'ਤੇ ਪੈਂਟ ਦੇ ਥੱਲੇ ਪਜਾਮਾ ਪਾਉਂਦਾ, ਮੈਂ ਪੈਂਟ ਲਾ ਕੇ ਟੰਗ ਦਿੱਤੀ, ਮੈਂ ਲੱਗਾ ਕਰਨ। ਤੇ ਖੈਰ ਉਹਨੇ ਕਿਹਾ ਤੁਹਾਨੂੰ 3 ਰੁਪਏ ਰੋਜ਼ ਮਿਲਣਗੇ। ਹਾਂਜੀ, ਤੇ ਹਫ਼ਤੇ ਬਾਅਦ ਉਹਨੇ ਕਿਹਾ, ਕਹਿੰਦੇ ਕਾਕਾ ਮੈਨੂੰ ਨਹੀਂ ਪੁੱਗਦਾ, ਮੈਨੂੰ ਨਹੀਂ ਪੁੱਗਦਾ, ਆਉਂਦਾ ਤਾਂ ਮੈਨੂੰ ਹੈ ਹੀ ਨਹੀਂ ਸੀ, ਕੰਮ ਤਾਂ ਉਹਦਾ ਨਹੀਂ ਸੀਗਾ। ਫਿਰ ਮੈਂ ਪੈਂਟ ਪਾਈ ਤੇ ਇੰਨੇ ਕੁ ਪੈਸੇ ਹਫ਼ਤੇ 'ਚ ਹੋ ਗਏ। ਮੈਂ ਕਿਹਾ ਚਲੋ ਹੁਣ ਬੰਬੇ ਚੱਲਦੇ ਹਾਂ। ਕੋਈ ਜਾਣਦਾ ਨਹੀਂ ਬੰਬੇ, ਵੀ ਕੋਈ ਜਾਣਦਾ ਨਹੀਂ ਬੰਬੇ। ਲੇਕਿਨ ਇੱਕ ਗੱਲ ਹੈ ਵੀ ਮੈਂ ਸਾਹਿਤ ਦੀ ਮੈਨੂੰ ਲਗਨ ਸੀ, ਸਾਹਿਤ ਦਾ ਮੇਰੇ ਉੱਤੇ ਅਸਰ ਸੀ, ਮੇਰੇ ਬੋਲਾਂ 'ਤੇ ਵੀ ਅਸਰ ਸੀ, ਮੇਰੀ ਦਿੱਖ 'ਚ ਵੀ ਅਸਰ ਸੀ। ਜਿਹੜੇ ਉੱਥੇ ਵਰਕਰ ਹੋਰ ਕੰਮ ਕਰਦੇ ਸੀ, ਉਹ ਜਿਹੜਾ ਮਾਲਕ ਸੀਗਾ ਉਹਨੂੰ ਬਾਪੂ ਕਹਿੰਦੇ ਸੀਗੇ। ਕਹਿੰਦੇ ਬਾਪੂ ਜੀ ਇਹਨਾਂ ਨੂੰ ਤੁਸੀਂ ਜਾਣ ਨਾ ਦਿਓ, ਇਹਨਾਂ ਨੂੰ ਤੁਸੀਂ ਠੇਕੇ 'ਤੇ ਦੇ ਦਿਓ, ਜੋ ਕਰਨਗੇ ਜਿੰਨਾ ਕਰਨਗੇ ਆਪੇ ਪੈਸੇ ਲੈ ਲੈਣਗੇ। ਚਲੋ ਜੀ, ਮੈਂ ਪੈਂਟ ਲਾ ਕੇ ਫੇਰ ਟੰਗ ਦਿੱਤੀ। ਅੱਛਾ, ਹਾਂਜੀ। ਤੇ ਫਿਰ ਉਹ ਮੈਨੂੰ ਕੰਮ ਰਾਸ ਆ ਗਿਆ। ਉਹ ਰਾਸ ਮੈਨੂੰ ਆ ਗਿਆ, ਪੜ੍ਹਿਆ ਕੋਈ ਨਹੀਂ ਸੀ, ਜਿਹਦਾ ਕੰਮ ਸੀ ਉਹ ਵੀ ਨਹੀਂ ਸੀ ਪੜ੍ਹਿਆ ਹੋਇਆ। ਇਹ ਹੋਰ ਵੀ ਉਹ ਫਿਰ ਮੇਰੇ ਤੇ 2-3 ਮਹੀਨੇ ਦੇ ਅੰਦਰ ਅੰਦਰ ਸਾਰੀ ਵਰਕਸ਼ਾਪ ਦਾ ਹਿਸਾਬ ਮੇਰੇ ਕੋਲ ਆ ਗਿਆ। ਉਹਨਾਂ ਦੇ ਦਿਲ 'ਤੇ ਵੀ ਪ੍ਰਭਾਵ ਉਹਨਾਂ ਦੇ ਪੈ ਗਿਆ ਕਿ ਮੁੰਡਾ ਪੜ੍ਹਿਆ ਲਿਖਿਆ ਵੀ ਹੈ, ਸ਼ਰੀਫ ਵੀ ਹੈ, ਤੇ ਉਹ ਜ਼ਿੰਮੇਵਾਰੀ ਚੱਕਣੀ ਵਾਲਾ ਮੇਰੇ ਪੈਰ ਉੱਥੇ ਜੰਮ ਗਏ ਜੀ। ਅੱਛਾ, ਉਹ ਹੋਰ ਗੱਲ ਸੀ, ਬੜੀ ਗੱਲ ਹੈ। ਉਹਨਾਂ ਦੀਆਂ ਕੁੜੀ ਸੀ ਇੱਕ ਵੱਡੀ, ਹਾਂਜੀ, ਉਹਦੇ ਨਾਂ ਤੇ ਬ੍ਰਦਰ ਸੀ ਤੇ ਨਾ ਉਹਦੇ ਲੜਕਾ ਕੋਈ ਹੋਇਆ ਸੀ, ਨਾ ਸੀ ਉਹਦੇ ਕੋਈ। ਹਾਂਜੀ, ਤੇ ਹੈ ਵੈਲ ਟੂਡੇ, ਉਹਦਾ ਹਸਬੈਂਡ ਡਰਾਫਟਸਮੈਨ ਸੀ। ਤੇ ਉਹਨੂੰ ਵੀ ਥੋੜ੍ਹੀ ਮੇਰੇ ਨਾਲ ਹਮਦਰਦੀ ਹੋ ਗਈ। ਉਹਨੇ ਕਿਹਾ, ਆਪਣੇ ਪੇਰ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆਪਾਂ ਦੁਕਾਨ ਕਿਉਂ ਨਹੀਂ ਪਾ ਲੈਂਦੇ? ਫਿਰ ਉਹਨਾਂ ਨੇ ਹੀ ਪੈਸੇ ਲਾ ਕੇ ਤਾਂ ਦੁਕਾਨ ਪਾਤੀ ਜੰਗਪੁਰਾ ਭੋਗਲ ਦਿੱਲੀ 'ਚ। ਮਤਲਬ ਇਹ ਸੀ ਵੀ ਪੜ੍ਹਿਆ ਲਿਖਿਆ ਮੁੰਡਾ ਹੈਗਾ, ਮੇਰੇ ਹੱਥਾਂ ਛਾਲੇ ਵੀ ਪੈ ਗਏ ਸੀ। ਹਾਂ, ਤੇ ਬੜੀ ਮਿਹਨਤ ਦਾ ਕੰਮ ਹੈਗਾ। ਤੇ ਉਹ ਫਿਰ ਦੁਕਾਨ ਉੱਥੇ ਪਾ ਲਈ। ਲੇਕਿਨ ਉਹ ਗੱਲ, ਦੁਕਾਨ ਤਾਂ ਚੱਲੀ 2 ਸਾਲ ਚੱਲੀ, ਪਰ ਨਹੀਂ ਚੱਲ ਪਾਈ। ਉਹਦਾ ਕਾਰਨ ਇਹ ਸੀਗਾ ਕਿ ਇੱਕ ਤਾਂ ਤਜਰਬਾ ਤਾਂ ਹਰ ਗੱਲ ਲਈ ਚਾਹੀਦਾ ਨਾ, ਹਰ ਚੀਜ਼ ਲਈ ਤਜਰਬਾ ਚਾਹੀਦਾ, ਤਜਰਬਾ ਨਹੀਂ ਸੀ। ਹਾਂਜੀ, ਤੇ ਉਹ ਫਿਰ ਕੰਮ ਫੇਲ ਹੋ ਗਿਆ। ਫਿਰ ਘਰਦਿਆਂ ਨੇ ਕਿਹਾ ਵੀ ਹੁਣ ਪੈਸਾ ਤਾਂ ਨਹੀਂ ਆ ਰਿਹਾ ਉਹਨਾਂ ਜਿੰਨਾ ਗੁਜ਼ਾਰੇ ਜੋਗਾ ਹੈਗਾ, ਵੀ ਤੁਸੀਂ ਵਾਪਸ ਆ ਜਾਓ। ਤੇ ਵਾਪਸ ਸੀ ਤਾਂ ਮੈਂ ਇਹ ਸੋਚਿਆ ਵੀ ਹੁਣ ਚਲੋ ਵਾਪਸ ਹੁਣ ਜਾਣਾ ਹੀ ਪੈਣਾ, ਦਿੱਲੀ ਛੱਡਣੀ ਪੈਣੀ ਹੈ। ਤੇ ਕਿਹੜੇ ਸ਼ਹਿਰ ਜਾਈਏ? ਸ਼ਹਿਰ ਵੀ ਸੋਹਣਾ ਹੋਣਾ ਚਾਹੀਦਾ, ਇਹ ਵੀ ਦਿਮਾਗ 'ਚ ਸੀਗਾ। 2 ਸ਼ਹਿਰ ਕਰਨਵੀਰ, 2 ਸ਼ਹਿਰ ਚੁਣੇ ਮੈਂ, ਇੱਕ ਦੇਹਰਾਦੂਨ ਤੇ ਇੱਕ ਚੰਡੀਗੜ੍ਹ। ਚੰਡੀਗੜ੍ਹ ਪ੍ਰੈਫਰ ਇਸ ਲਈ ਕਰ ਗਿਆ ਕਿ ਪਿੰਡ ਦੇ ਨੇੜੇ। ਠੀਕ ਹੈ, ਪਿੰਡ ਜਾਣ ਆਉਣਾ ਆਸਾਨ ਆ, ਦੇਹਰਾਦੂਨ ਮੁਸ਼ਕਲ ਹੋਏਗਾ। ਇਹ ਸਿੱਧੀ ਬੱਸ ਮਿਲਦੀ ਹੈ। ਹਾਂਜੀ, ਇਹ ਤਾਂ ਸਿੱਧੀ ਬੱਸ ਮਿਲ ਜਾਂਦੀ ਹੈ। ਅੱਛਾ, ਇੱਥੇ ਆਇਆ ਤੇ ਮਿਲਖਾ ਸਿੰਘ ਜਿਹੜੇ ਸੀ ਨਾ ਆਪਣੇ, ਇਹ ਮੇਰੇ ਮਿੱਤਰ ਦੇ ਮਾਮਾ ਜੀ ਸੀ। ਤੇ ਹਫ਼ਤਾ ਭਰ ਮੈਂ ਇਹਨਾਂ ਦੇ ਕੋਲ ਹੀ ਰਿਹਾ। ਇੱਥੇ ਆ ਕੇ ਮੈਂ ਇਹਨਾਂ ਦੇ ਕੋਲ ਹੀ ਰਿਹਾ ਜੀ। ਹਾਂਜੀ, ਤੇ ਇੱਥੋਂ ਆ ਕੇ ਮੈਂ ਫਿਰਿਆ ਤੁਰਿਆ ਤੇ ਇੱਥੇ ਅਰੋਮਾ ਹੋਟਲ 'ਚ 2 ਮਾਰਕੀਟਾਂ ਸਨ, ਕੱਚੀਆਂ ਮਾਰਕੀਟਾਂ ਸੀ, ਤੁਸੀਂ ਤਾਂ ਨਹੀਂ ਦੇਖੀਆਂ ਉਹ। ਇੱਕ ਸ਼ਾਸਤਰੀ ਮਾਰਕੀਟ, ਇੱਕ ਨਹਿਰੂ ਮਾਰਕੀਟ ਜੀ। ਹਾਂਜੀ, ਉੱਥੇ 2-4 ਫਰਨੀਚਰ ਦੀਆਂ ਦੁਕਾਨਾਂ ਵੀ ਹੈਗੀਆਂ ਸੀ।
ਉੱਥੇ ਵੀ ਮੈਨੂੰ ਇੱਕ ਕਿਰਾਏ ਤੇ ਦੁਕਾਨ ਮਿਲ ਗਈ। ਹੂੰ ਉੱਥੇ ਮੈਂ ਕੰਮ ਸ਼ੁਰੂ ਕਰਤਾ, 2-3 ਬੰਦੇ ਰੱਖ ਲਏ, ਕੰਮ ਸ਼ੁਰੂ ਹੋ ਗਿਆ। ਹੂੰ 6 ਮਹੀਨੇ ਬਾਅਦ ਉਹਦਾ ਸਰਵੇ ਹੋ ਗਿਆ ਜੀ ਤੇ ਉਹਦੇ ਸਰਵੇ ਦੇ ਬਦਲੇ ਹੀ ਸਾਨੂੰ ਇੱਥੇ ਚੌਥੀ 'ਚ ਹੁਣ ਪੱਕੀ ਦੁਕਾਨ ਮਿਲੀ। ਠੀਕ ਹੈ। ਹਾਂਜੀ, ਤੇ ਫਿਰ ਇਸ ਤੋਂ ਬਾਅਦ ਤਾਂ ਫਿਰ ਕੰਮ ਤੇ ਫਿਰ ਵੱਧਦਾ ਗਿਆ ਕੰਮ ਵੱਧਦਾ। ਤੇ ਫਿਰ ਇਹ ਸਾਰੇ ਸਫ਼ਰ ਇਹ ਤੁਹਾਡਾ ਜ਼ਿੰਦਗੀ ਦੇ ਨਾਲ ਚੱਲਦਾ ਰਿਹਾ। ਇਹਦੇ ਨਾਲ ਕਲਮ ਦਾ ਫਿਰ ਸਫ਼ਰ ਕਿਵੇਂ ਸੀ? ਇੱਕ ਕਲਮ ਦਾ ਸਫ਼ਰ ਬਸ ਇਹ ਤੁਸੀਂ ਦੇਖ ਲਓ ਵੀ ਕਲਮ ਦਾ ਇਹ ਗੱਲ ਜੇ ਟਾਈਮ ਦੇ ਵਿੱਚ ਗੱਲ ਫਿਰ ਇਹ ਨਾ ਗੱਲ ਇਹ ਹੈ, ਗੱਲ ਮੈਂ ਤੁਹਾਨੂੰ ਪਹਿਲਾਂ ਕੀਤੀ ਹੈ, ਗੱਲ ਕੀਤੀ ਹੈ ਭਈ ਇਹ ਕੁਦਰਤ ਦਾ ਗਿਫਟ ਹੈ, ਹੁੰਦਾ ਜ਼ਰੂਰ, ਇਹ ਤਾਂ ਮੈਂ ਮੰਨਦਾ ਹੈਗਾ। ਲੇਕਿਨ ਉਹ ਤੁਸੀਂ ਅਗਰ ਗਿਫਟ, ਉਸ ਗਿਫਟ ਨੂੰ ਤੁਸੀਂ ਸੰਭਾਲਿਆ ਨਹੀਂ, ਸਵਾਰਿਆ ਨਹੀਂ, ਸਾਂਭ ਕੇ ਨਹੀਂ ਰੱਖਿਆ ਤਾਂ ਫਿਰ ਸਭ ਕੁਝ ਫਿਰ ਤਾਂ ਕਿੱਥੇ ਆ ਗਾਂ ਕਿੱਥੇ ਚੱਲ ਸਕਦਾ ਗੱਲ। ਉਸ ਗਿਫਟ ਨੂੰ ਸਾਂਭਿਆ, ਸਵਾਰਿਆ, ਸੰਭਾਲ ਕੇ ਰੱਖਿਆ ਤੇ ਅੱਗੇ ਕੰਮ ਚੱਲਦਾ ਰਿਹਾ। ਤੇ ਫਿਰ ਪਹਿਲੀ ਕਿਤਾਬ ਆਉਣ ਦਾ ਸਬਬ ਕਿਵੇਂ ਬਣਿਆ? ਪਹਿਲੀ ਕਿਤਾਬ ਮੈਂ ਪਹਿਲੀ ਕਿਤਾਬ ਜਿਹੜੀ ਹੈ ਉਹ ਦਿੱਲੀ ਨੂੰ ਹੀ ਸਮਰਪਿਤ ਕੀਤੀ ਹੈ। ਹਾਂਜੀ, ਸਮਰਪਿਤ ਵੀ ਕੀਤੀ ਹੈ। ਉਹ ਦਿੱਲੀ 'ਚ ਹੀ ਰਹਿੰਦਿਆਂ ਦੀਆਂ ਮੇਰੀਆਂ ਰਚਨਾਵਾਂ ਨੇ ਉਹ ਸਾਰੀਆਂ। ਹਾਂਜੀ, ਤੇ ਇਹ ਜਿਸਮ ਤੋਂ ਜਾਨ ਤੱਕ, ਹਾਂ, ਇਹ ਤੁਹਾਡੀ ਪਹਿਲੀ ਕਿਤਾਬ? ਹਾਂ, ਨਹੀਂ, ਇਹ ਪਹਿਲੀ ਕਿਤਾਬ ਨਹੀਂ ਹੈ। ਅੱਛਾ, ਇਹ ਪਹਿਲੀ ਕਿਤਾਬ ਇਹ ਹੈ ਪਹਿਲੀ। ਛਪੀ ਇਹ ਦੂਸਰੀ ਛਪੀ ਇਸ ਤੋਂ ਬਾਅਦ ਹੈ। ਅੱਛਾ, ਹਾਂ, ਪਹਿਲੀ ਕਿਤਾਬ ਇਹ ਹੈ ਲੇਕਿਨ ਛਪੀ ਇਸ ਤੋਂ ਬਾਅਦ ਹੈ। ਠੀਕ ਹੈ, ਯਾਨੀ ਛਪੀ ਪਹਿਲੀ ਜਿਸਮ ਤੋਂ ਜਾਨ ਤੱਕ ਹੈ, ਪਰ ਕਿਤਾਬ ਪਹਿਲੀ ਜਿੰਦ ਪੁਰਾਣਾ। ਇਹ ਹੋ ਗਿਆ ਫਰੋਮ ਬੋਡੀ ਟੂ ਸੋਲ। ਇਹਦਾ ਭਾਵ ਤੇ ਹੈਗਾ ਫਰੋਮ ਬੋਡੀ ਟੂ ਸੋਲ। ਜੀ ਜੀ, ਤੇ ਪੜ੍ਹਦੇ ਬੜੀਆਂ, ਠੀਕ ਹੈ। ਰੂਹ ਦੇ ਹਰ ਸਵਾਲ ਦਾ ਅਧੂਰਾ ਜਵਾਬ ਛੱਡ ਕੇ, ਪਤਾ ਨਹੀਂ ਕਿੱਧਰ ਤੁਰ ਗਿਆ ਉਹ ਖੁੱਲੀ ਕਿਤਾਬ ਛੱਡ ਕੇ। ਤੇ ਗੱਲ ਇਹ ਵੀ ਜ਼ਿੰਦਗੀ ਦੇ ਵਿੱਚ ਕਿੰਨੇ ਹੀ ਬੰਦੇ ਕੋਲ ਸਵਾਲ ਹੁੰਦੇ ਨੇ, ਤਾਂ ਉਹਨਾਂ ਸਵਾਲਾਂ ਦੇ ਨਾਲ ਪਹਿਲੀਆਂ ਗਜ਼ਲਾਂ ਚੋਂ ਗਜ਼ਲ ਹੈ, ਲੇਕਿਨ ਇਹ ਬੜੀ ਹੀ ਪ੍ਰਵਾਨ ਹੋਈ ਗਜ਼ਲ ਹੈ। ਹਾਂ, ਤੇ ਮੈਂ ਚਾਹੂੰਗਾ ਜੀ ਕੁਛ ਇਹਦੇ ਵਿੱਚੋਂ ਆਪਣੀ ਪਸੰਦੀਦਾ ਕੁਝ ਜ਼ਰੂਰ ਸੁਣਾਓ। ਹਾਂ, ਕਿਤਾਬਾਂ ਦੇ ਵਿੱਚੋਂ ਕੋਈ ਇੱਕ ਅੱਧੀ ਗਜ਼ਲ ਹੋ ਜਾਵੇ। ਹਾਂ, ਜ਼ਰੂਰ। ਮਨ ਅੱਜ ਕੱਲ੍ਹ ਬਹੁਤ ਪਰੇਸ਼ਾਨ ਰਹਿੰਦਾ ਹੈ। ਸ਼ਾਇਦ ਅਜੇ ਕੋਈ ਹੋਰ ਇਮਤਿਹਾਨ ਰਹਿੰਦਾ ਹੈ। ਸਮੇਂ ਨਾਲ ਆਰਾਮ ਭਾਵੇਂ ਆ ਹੀ ਜਾਂਦਾ ਹੈ। ਖਾਧੇ ਜ਼ਖਮਾਂ ਦਾ ਇਹ ਪਰ ਨਿਸ਼ਾਨ ਰਹਿੰਦਾ ਹੈ। ਉਹਦੀ ਮਿਹਰ ਤੋਂ ਮੁਨੱਕਰ ਤਾਂ ਨਹੀਂ ਮੈਂ, ਦਿਲ ਤੇ ਬੋਝ ਬਣ ਕਿਉਂ ਆਸਾਨ ਰਹਿੰਦਾ ਹੈ। ਉਮਰ ਉਹਦੀ ਸੇਵਾ 'ਚ ਹੀ ਗੁਜ਼ਰੀ ਸਾਰੀ। ਗੌਰ ਕਰਨ ਵਾਲਾ ਸ਼ੇਰ ਹੈ। ਉਹ ਉਮਰ ਉਹਦੀ ਸੇਵਾ 'ਚ ਹੀ ਗੁਜ਼ਰੀ ਸਾਰੀ, ਘਰ 'ਚ ਘਰਦਿਆਂ ਤੋਂ ਚੋਰੀ ਇੱਕ ਮਹਿਮਾਨ ਰਹਿੰਦਾ ਹੈ। ਇਛਾਵਾਂ ਨੇ ਘੇਰ ਲਿਆ ਮੈਨੂੰ ਸਾਰੀ ਉਮਰ, ਇਛਾਵਾਂ ਨੇ ਘੇਰ ਰੱਖਿਆ ਮੈਨੂੰ ਸਾਰੀ ਉਮਰ, ਜਿਵੇਂ ਗੋਪੀਆਂ ਦੇ ਵਿੱਚ ਘਿਰਿਆ ਕਾਨ ਰਹਿੰਦਾ ਹੈ। ਕਾਨੂੰਨੀ ਤੇ ਸਮਾਜੀ ਬੰਧਨਾਂ 'ਚ ਬੱਧਾ ਹੈ, ਹਰ ਇਨਸਾਨ ਦੇ ਅੰਦਰ ਹੈਵਾਨ ਰਹਿੰਦਾ ਹੈ। ਵਿਰੋਧ ਸਦਾ ਤਰੱਕੀ ਦਾ ਤਕਾਜ਼ਾ ਰਿਹਾ, ਧੀਰਜ ਸਦਾ ਧਰਮ ਦਾ ਫਰਮਾਨ ਰਹਿੰਦਾ ਹੈ। ਜੰਗਲ 'ਚ ਪਹਾੜਾਂ ਤੇ ਕੋਈ ਕਹਿੰਦਾ ਦਿਲ 'ਚ ਪੱਕਾ ਪਤਾ ਦੱਸੋ ਜਿੱਥੇ ਭਗਵਾਨ ਰਹਿੰਦਾ ਹੈ। PhD ਡੀਲਿਟ ਕਰਨ ਤੋਂ ਬਾਅਦ ਪਤਾ ਲੱਗਾ ਜ਼ਿੰਦਗੀ ਦੀ ਕਿਤਾਬ ਵਿੱਚ ਛੁਪਿਆ ਗਿਆਨ ਰਹਿੰਦਾ ਹੈ। ਮਨ ਅੱਜ ਕੱਲ੍ਹ ਬਹੁਤ ਪਰੇਸ਼ਾਨ ਰਹਿੰਦਾ ਹੈ। ਸ਼ਾਇਦ ਅਜੇ ਕੋਈ ਹੋਰ ਇਮਤਿਹਾਨ ਰਹਿੰਦਾ। ਸ਼ਾਇਦ ਜ਼ਿੰਦਗੀ ਹਰ ਦਿਨ ਇੱਕ ਇਮਤਿਹਾਨ ਹੈ ਜੀ। ਹਰ ਦਿਨ ਇੱਕ ਇਮਤਿਹਾਨ ਹੁੰਦਾ, ਇੱਕ ਮੁੱਕਦਾ ਦੂਜਾ ਤਿਆਰ ਹੁੰਦਾ। ਸਹੀ ਗੱਲ ਹੈ। ਤੇ ਰਾਇਤ ਜੀ, ਵੀ ਗੱਲ, ਨਾਮ ਤੁਹਾਡਾ ਹੈਗਾ ਸੇਵਾ ਸਿੰਘ ਰਾਇਤ। ਤੇ ਫਿਰ ਇਹ ਸੇਵਾ ਸਿੰਘ ਰਾਇਤ ਤੋਂ ਸੇਵੀ ਰਾਇਤ ਕਿਵੇਂ ਬਣਿਆ? ਸੇਵੀ ਰਾਇਤ ਦੇਖੋ, ਬਚਪਨ ਤੋਂ ਹੀ ਜਿਹੜਾ ਬਚਪਨ ਦਾ ਹੀ ਨਾਂ ਸੀ ਮੇਰਾ ਸੇਵੀ ਜੀ। ਹਾਂਜੀ, ਛੋਟਾ ਨਾਂ ਤੇ ਹੁੰਦਾ ਹੀ, ਹਰ ਪਿੰਡ 'ਚ ਹੁੰਦਾ ਹੀ ਹੈਗਾ। ਹਾਂਜੀ, ਲੇਕਿਨ ਇੰਨਾ ਪ੍ਰਚਲਿਤ ਸੀ ਇਹ ਰਿਸ਼ਤੇਦਾਰਾਂ 'ਚ ਵੀ ਸੇਵੀ, ਤੇ ਅੱਜ ਵੀ ਸੇਵੀ ਦੇ ਨਾਂ ਨਾਲ ਹੀ ਮੈਨੂੰ ਪਛਾਣ ਦੇਣੀ ਪੈਂਦੀ ਹੈ। ਮੈਂ ਜਦੋਂ ਫੋਨ ਕਰਾਂ ਸੇਵੀ ਬੋਲ ਰਿਹਾ, ਸੇਵਾ ਸਿੰਘ ਦੇ ਨਾਂ ਨਾਲ ਪਛਾਣ ਨਹੀਂ, ਹਾਂਜੀ, ਮੈਂ ਦੇ ਨਹੀਂ ਸਕਦਾ ਅਗਲੇ। ਤੇ ਹਾਂਜੀ, ਤੇ ਜਿਹੜੀ ਤੁਹਾਡੀ ਇਹ ਜਿੰਦ ਪ੍ਰਾਣ ਪਹਿਲੀ ਕਿਤਾਬ ਹੁੰਦੀ ਹੈ, ਜਿਵੇਂ ਤੁਸੀਂ ਦੱਸਿਆ ਵੀ ਇਹ,
ਤਾਂ ਇਹ ਹੁੰਦਾ ਵੀ ਪਹਿਲੀ ਕਿਤਾਬ ਦੇ ਉੱਤੇ ਤੁਹਾਡਾ ਨਿੱਜੀ ਜੀਵਨ ਦੀ ਥੋੜ੍ਹੀ ਜਿਹੀ ਝਲਕ ਜ਼ਿਆਦਾ ਦਿਖਦੀ ਹੁੰਦੀ ਹੈ। ਹੌਲੀ ਹੌਲੀ ਜਦੋਂ ਸਾਹਿਤਕਾਰ ਪੜ੍ਹਦਾ ਜਾਂਦਾ, ਵਿਚਰਦਾ ਜਾਂਦਾ, ਤਾਂ ਉਹਦੇ 'ਤੇ ਸਮਾਜਿਕ ਵਿਸ਼ਿਆਂ ਦਾ ਪ੍ਰਭਾਵ ਵੀ ਪੈਣ ਲੱਗ ਜਾਂਦਾ। ਉਹਨੂੰ ਜਦੋਂ ਆਪਾਂ ਸਾਹਿਤਕ ਸਭਾਵਾਂ 'ਚ ਜਾਂਦੇ ਹਾਂ, ਲੋਕਾਂ 'ਚ ਵਿਚਰਦੇ ਹਾਂ, ਤਾਂ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਆਪਣੀ ਨਿੱਜੀ ਜ਼ਿੰਦਗੀ ਤੋਂ ਉੱਤੇ ਉੱਠ ਕੇ ਸਮਾਜ 'ਚ ਜੋ ਵਿਚਰ ਰਿਹਾ ਉਹਦੇ ਬਾਰੇ ਵੀ ਕੁਝ ਲਿਖੀਏ। ਤਾਂ ਇਹ ਪਹਿਲੀ ਕਿਤਾਬ ਤੋਂ ਲੈ ਕੇ ਬਾਕੀ ਜਿਹੜੀਆਂ 7 ਕਿਤਾਬਾਂ ਹੁਣ ਤੱਕ ਤੁਹਾਡੀਆਂ ਆ ਚੁੱਕੀਆਂ, ਉਹਦੇ ਵਿੱਚ ਕਿੰਨਾ ਬਦਲਾਅ ਦੇਖਦੇ ਹੋ? ਦੇਖੋ, ਪਹਿਲੀ ਕਿਤਾਬ ਦਾ ਇਹ ਇੱਦਾਂ ਹੈ ਨਾ, ਜਿਹੜੀ ਪਹਿਲੀ ਕਿਤਾਬ ਹੁੰਦੀ ਹੈ ਨਾ, ਜਾਂ ਪਹਿਲੀਆਂ ਰਚਨਾਵਾਂ ਹੁੰਦੀਆਂ ਨੇ, ਉਹ ਇਸ ਤਰ੍ਹਾਂ ਮੈਂ ਕਹਾਂਗਾ ਕਿ ਸਮੁੰਦਰ ਦਾ ਪਾਣੀ ਆਮ ਤੌਰ 'ਤੇ ਟਿਕਿਆ ਹੁੰਦਾ ਹੈ ਬਹੁਤ ਜਾਂਦੇ। ਹਾਂਜੀ, ਲੇਕਿਨ ਜਦੋਂ ਉਹ ਚੰਦ ਚੜੇ ਨੂੰ ਜਰਾ ਪੂਰੇ ਜੋਬਨ 'ਚ ਜਰਾ ਪੁੰਨਿਆਂ ਦੇ ਚੰਨ ਨੂੰ ਦੇਖਦਾ ਨਾ, ਤੇ ਉਸ ਪਾਣੀ ਵਿੱਚ ਉਛਾਲ ਆਉਂਦਾ, ਜਿਹਨੂੰ ਅਸੀਂ ਜਵਾਰ ਭਾਟਾ ਕਹਿੰਦੇ ਹਾਂ ਜੀ। ਇਸੇ ਤਰ੍ਹਾਂ ਹੀ ਮੁੱਢ ਤੋਂ ਜਿਹੜੀ ਲੇਖਣੀ ਹੈ ਜਾਂ ਕਵਿਤਾ, ਖਾਸ ਤੌਰ 'ਤੇ ਕਵਿਤਾ ਹੈ, ਇਸ ਤਰ੍ਹਾਂ ਕਿਸੇ ਕਵਿਤਾ ਦੇ ਮਨ ਨੂੰ ਜਦੋਂ ਕੋਈ ਚੰਦ ਵਰਗਾ ਮੂੰਹ ਦਿਸਦਾ ਹੈ, ਤੇ ਉਹਦੇ ਅੰਦਰ ਵੀ ਇੱਕ ਜਵਾਰ ਭਾਟਾ ਆਉਂਦਾ, ਜਿਹਦੇ ਕਿ ਜਜ਼ਬਾਤ ਦਾ ਉਛਾਲ ਅਸੀਂ ਕਹਿ ਸਕਦੇ ਹਾਂ, ਜਜ਼ਬਾਤ ਦਾ ਉਛਾਲ ਆਉਂਦਾ ਹੈ ਜੀ। ਤੇ ਉਸ ਜਜ਼ਬਾਤ ਦੇ ਉਛਾਲ ਨੂੰ ਸੰਭਾਲਣ ਲਈ ਹੀ ਕਵਿਤਾ ਲਿਖਣੀ ਪੈਂਦੀ ਹੈ, ਜਾਂ ਕਵਿਤਾ ਲਿਖ ਹੁੰਦੀ ਹੈ। ਅੱਛਾ, ਅੱਗੇ ਚੱਲ ਕੇ ਤੇ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੈ ਕਿ ਇਹ ਜਿਹੜੀਆਂ ਪਹਿਲੀਆਂ ਕਵਿਤਾਵਾਂ ਹੁੰਦੀਆਂ ਨਾ, ਜਿਹੜੀਆਂ ਜਜ਼ਬਾਤੀ ਵਿਵਹਾਰ ਭਾਟੇ 'ਚੋਂ ਲਿਖੀਆਂ ਜਾਂਦੀਆਂ ਨੇ, ਇਹ ਇੱਕ ਅਭਿਆਸ ਦੀ ਰਚਨਾ ਵੀ ਹੁੰਦੀ ਹੈ। ਤੁਹਾਨੂੰ ਅਭਿਆਸ ਵੀ ਹੁੰਦਾ ਇਹਦੇ 'ਚੋਂ। ਮੈਂ ਰੋਮਾ ਰੋਲਾਂ ਪੜ੍ਹ ਰਿਹਾ ਸੀ, ਫਰਾਂਸ ਦਾ ਰਾਈਟਰ ਹੈ, ਉਹ ਕਹਿੰਦਾ ਮੇਰੇ ਪਿਆਰ ਦੇ ਖਤ ਲਿਖਣ 'ਚ ਹੀ ਮੈਂ ਐਡਾ ਵੱਡਾ ਲੇਖਕ ਬਣ ਗਿਆ। ਅੱਛਾ, ਅੱਗੇ ਜਾ ਕੇ ਤੁਹਾਡਾ ਸਮਾਜ ਨਾਲ ਵਾਹ ਪੈਂਦਾ ਜੀ, ਸਮਾਜਿਕ ਵਰਤਾਰੇ ਤੁਹਾਡੇ ਸਾਹਮਣੇ ਆਉਂਦੇ ਨੇ, ਤੁਹਾਡਾ ਪੋਲੀਟੀਕਲ ਸੈਟਅਪ ਜਿਹੜੀ ਹੈਗੀ ਆ ਉਹਦੇ ਬਾਰੇ ਤੁਸੀਂ ਸੋਚਦੇ ਹੋ ਕਿਸ ਤਰ੍ਹਾਂ ਹੈ। ਤੇ ਇਹ ਸਿਰਫ ਇੱਕ ਕਿਤਾਬ ਮੇਰੀ ਇਹ ਜੰਤ ਪੁਰਾਣ ਹੈ, ਜਿਹੜੀ ਇਸ ਤਰ੍ਹਾਂ ਜਿਹੜੀਆਂ ਮੁੱਢਲੀਆਂ ਕਿਤਾਬਾਂ 'ਚੋਂ ਕਹਿ ਸਕਦੇ ਹਾਂ। ਬਾਕੀ ਸਾਰੀ ਕਿਤਾਬ ਜਿਹੜੀ ਹੈ ਉਹ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਹੀ ਹੈ ਜੀ। ਬਾਕੀ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਸਮਾਜਿਕ ਮੁੱਦਿਆਂ 'ਤੇ, ਹਾਂਜੀ, ਸਮਾਜਿਕ ਮਸਲਿਆਂ ਨੂੰ, ਹਾਂਜੀ, ਸਮਾਜਿਕ ਬਣਤਰ ਨੂੰ, ਜਾਂ ਗਲਤ ਹੈ ਜਾਂ ਸਹੀ ਹੈ, ਜਿਹੜੀ ਉਸੇ ਨੂੰ ਦਰਸਾਉਂਦੀਆਂ ਨੇ। ਤੇ ਮੈਂ ਕਹੂੰਗਾ ਹੋਰ ਵੀ 2-4 ਰਚਨਾਵਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ ਆਪਣੀ ਕਿਤਾਬ ਦੇ ਵਿੱਚੋਂ। ਜ਼ਰੂਰ। ਤੇ ਕਿਤਾਬ ਬਾਰੇ ਵੀ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਜਿਹਦੇ ਵਿੱਚੋਂ ਸਾਂਝੀਆਂ ਕਰ ਰਹੇ ਹੋ। ਇਹ ਕਿਤਾਬ ਅਸਲ 'ਚ ਇਹਨਾਂ ਕਿਤਾਬਾਂ 'ਚੋਂ ਅੱਧੀ ਕਿਤਾਬ ਤਾਂ ਇਹਨਾਂ ਕਿਤਾਬਾਂ 'ਚੋਂ ਚੋਣੀਆਂ ਕਵਿਤਾਵਾਂ ਨੇ। ਠੀਕ ਹੈ। ਮੇਰਾ ਇਹ ਥੋੜ੍ਹਾ ਜਿਹਾ ਇਹ ਦਿਮਾਗ 'ਚ ਆਇਆ, ਥੋੜ੍ਹਾ ਜਿਹਾ ਕਿਸੇ ਨੇ ਪਾਇਆ ਵੀ ਹੈ ਦਿਮਾਗ ਵਿੱਚ ਆਇਆ, ਕਿ ਵਿੱਚ ਹੀ ਰੋਮਾਂਚ, ਵਿੱਚ ਹੀ ਤੁਸੀਂ ਇਨਕਲਾਬੀ, ਵਿੱਚ ਹੀ ਸੋਸ਼ਲ, ਜਿਹੜੀਆਂ ਸਾਰੀਆਂ ਰਲਿਆ ਮਿਲਿਆ ਜਿਹੜਾ ਨਾ, ਉਹ ਨਹੀਂ, ਇੱਕ ਰੰਗ ਦੀ ਕਿਤਾਬ ਹੋਣੀ ਚਾਹੀਦੀ ਹੈ, ਇੱਕ ਰੰਗ ਦੀ ਕਿਤਾਬ ਹੈ। ਤਾਂ ਇਹ ਮੇਰੀ ਜਿਹੜੀ ਹੈਗੀ ਆ, ਇਹ ਸਮਾਜਿਕ ਮੁੱਦਿਆਂ 'ਤੇ, ਇਹ ਪੂਰੀ ਕਿਤਾਬ ਸਮਾਜਿਕ ਮੁੱਦਿਆਂ 'ਤੇ ਜਿਹੜੀਆਂ ਰਚਨਾਵਾਂ ਸੀ, ਇਹਨਾਂ 'ਚੋਂ ਮੈਂ ਕੱਢ ਲਈਆਂ ਜੀ, ਇਹਨਾਂ 'ਚੋਂ ਕੱਢ ਲਈਆਂ, ਕੁਛ ਨਵੀਆਂ ਸੀ ਮੇਰੇ ਕੋਲ, ਉਹ ਪਾ ਕੇ ਫਿਰ ਇਹ ਹਰ ਸਮੇਂ ਦੀ ਹਾਣੀ ਮੇਰੀ ਬਣੀ। ਜ਼ਰੂਰ ਸਾਡੇ ਨਾਲ ਕੁਝ ਕਵਿਤਾਵਾਂ, ਲਿਖਤਾਂ ਸਾਂਝੀਆਂ ਕਰੋ। ਇੱਥੋਂ ਹੀ ਮੇਰੀ ਥੋੜ੍ਹੀ ਵਿਚਾਰਧਾਰਾ ਦਾ ਵੀ ਨਮਾਇਸ਼ ਹੋ ਜਾਏਗੀ ਤੁਹਾਨੂੰ। ਜੀ ਆਉਣ ਦਿਓ। ਮੈਂ ਸਮੇਂ ਦੇ ਸੱਚ ਦਾ ਸ਼ਰੇਆਮ ਬਿਆਨ ਕਰਦਾ ਹਾਂ। ਮੈਂ ਸਮੇਂ ਦੇ ਸੱਚ ਦਾ ਸ਼ਰੇਆਮ ਬਿਆਨ ਕਰਦਾ ਹਾਂ। ਉਹ ਕਹਿੰਦੇ ਮੈਂ ਸਮੇਂ ਦਾ ਹਾਣੀ ਹੋਣ 'ਤੇ ਮਾਣ ਕਰਦਾ ਹਾਂ। ਧਰਮਾਂ ਤੇ ਜਾਤਾਂ ਤੋਂ ਕਿਤੇ ਉੱਪਰ ਹੈ ਇਨਸਾਨ ਦਾ ਰੁਤਬਾ। ਧਰਮਾਂ ਤੇ ਜਾਤਾਂ ਤੋਂ ਕਿਤੇ ਉੱਪਰ ਹੈ ਇਨਸਾਨ ਦਾ ਰੁਤਬਾ। ਮੈਂ ਸ਼ਾਇਦ ਵਰਤਮਾਨ ਵਿੱਚ ਭਵਿੱਖ ਦਾ ਅਨੁਮਾਨ ਕਰਦਾ ਹਾਂ। ਮੈਨੂੰ ਤਾਂ ਸ਼ਾਸਤਰਾਂ ਦੀ ਘੋਖ ਤੇ ਪੜਚੋਲ ਕਰਨ ਦੀ ਚਾਹ ਹੈ। ਮੈਨੂੰ ਤੇ ਸ਼ਾਸਤਰਾਂ ਦੀ ਘੋਖ ਤੇ ਪੜਚੋਲ ਕਰਨ ਦੀ ਚਾਹ ਹੈ। ਉਹ ਜਾਣਨ ਮੈਂ ਸਦੀਆਂ ਪੁਰਾਣੀ ਰਵਾਇਤ ਦਾ ਅਪਮਾਨ ਕਰਦਾ ਹਾਂ। ਹੁਣ ਤੁਸੀਂ ਮੈਨੂੰ ਮੇਰੇ ਹੀ ਹੱਥਾਂ ਦੀਆਂ ਲਕੀਰਾਂ ਨਾ ਦਿਖਾਓ। ਮੈਂ ਤਾਂ ਯੁੱਗਾਂ ਤੋਂ ਸੜਕਾਂ ਬਣਾਉਂਦਾ ਤੇ ਭਵਨ ਨਿਰਮਾਣ ਕਰਦਾ ਹਾਂ। ਦੱਸਿਆ ਗਿਆ ਹੈ ਮੈਨੂੰ ਮੇਰਾ ਮਨੋਰਥ ਹੈ ਰੱਬ ਨੂੰ ਪਾਉਣਾ ਜੀ। ਦੱਸਿਆ ਗਿਆ ਹੈ ਮੈਨੂੰ ਮੇਰਾ ਮਨੋਰਥ ਹੈ ਰੱਬ ਨੂੰ ਪਾਉਣਾ। ਕਿਉਂ ਫਿਰ ਮੈਂ ਆਦਿ ਤੋਂ ਹੀ ਜੱਗ ਨੂੰ ਪਿਆ ਆਲੀਸ਼ਾਨ ਕਰਦਾ ਹਾਂ। ਮਨੁੱਖ 'ਤੇ ਅਨੇਕ ਵਾਰ ਇਤਿਹਾਸ ਵਿੱਚ ਸਮੂਹਿਕ ਜ਼ੁਲਮ ਹੋਏ। ਮਨੁੱਖ 'ਤੇ ਅਨੇਕ ਵਾਰ ਇਤਿਹਾਸ ਵਿੱਚ ਸਮੂਹਿਕ ਜ਼ੁਲਮ ਹੋਏ। ਮਨ 'ਚ ਰੋਸ ਹੁੰਦਾ ਜਦੋਂ ਤੇਰੇ ਕਿਰਪਾਲੂ ਹੋਣ ਦਾ ਧਿਆਨ ਕਰਦਾ। ਮਨ 'ਚ ਰੋਸ ਹੁੰਦਾ
ਜਦੋਂ ਤੇਰੇ ਕਿਰਪਾਲੂ ਹੋਣ ਦਾ ਧਿਆਨ ਕਰਦਾ ਹਾਂ, ਮੰਦਰ ਦੁਆਰੇ ਮਿਲਣ ਜਾਂਦੇ ਰੱਬ ਨੂੰ ਬੀਬੇ ਰਾਣੇ ਲੋਕ। ਮੰਦਰ ਦੁਆਰੇ ਮਿਲਣ ਜਾਂਦੇ ਰੱਬ ਨੂੰ ਬੀਬੇ ਰਾਣੇ ਲੋਕ। ਮੈਂ ਬੁਰਾ ਹਾਂ ਕਿਉਂਕਿ ਬੰਦਿਆਂ ਚੋਂ ਉਹਦੀ ਪਛਾਣ ਕਰਦਾ। ਅਰਦਾਸ ਵਿੱਚ ਮੈਂ ਤਾਂ ਹੱਕ ਤੋਂ ਵੱਧ ਮੰਗਦੇ ਦੇਖੇ ਲੋਕ ਜੀ। ਅਰਦਾਸਾਂ ਵਿੱਚ ਮੈਂ ਤਾਂ ਹੱਕ ਤੋਂ ਵੱਧ ਮੰਗਦੇ ਦੇਖੇ ਲੋਕ। ਸਿੱਧੀ ਗੱਲ ਕਰਾਂ ਕਹਿੰਦੇ ਧਰਮ ਦਾ ਨੁਕਸਾਨ ਕਰਦਾ ਹਾਂ। ਮੇਰੇ ਕੋਲ ਕ੍ਰਾਂਤੀ ਦਾ ਸੰਦੇਸ਼, ਉਹਨਾਂ ਕੋਲ ਸ਼ਾਂਤੀ ਦਾ ਉਪਦੇਸ਼। ਮੇਰੇ ਕੋਲ ਕ੍ਰਾਂਤੀ ਦਾ ਸੰਦੇਸ਼, ਉਹਨਾਂ ਕੋਲ ਸ਼ਾਂਤੀ ਦਾ ਉਪਦੇਸ਼। ਸਥਾਪਤੀ ਮੈਨੂੰ ਪ੍ਰਵਾਨ ਨਹੀਂ ਕਰਦੀ, ਮੈਂ ਉਹਨੂੰ ਪਰੇਸ਼ਾਨ ਕਰਦਾ। ਸਮੇਂ ਦੇ ਨਾਲ ਨਾਲ ਕਈ ਚੀਜ਼ਾਂ ਨੇ ਜਿਹੜੀਆਂ ਉਹਦੇ ਪ੍ਰਤੀ ਸੋਚ ਜਿਹੜੀ ਬਦਲ ਜਾਂਦੀ ਹੈ, ਜਾਂ ਕੁਝ ਲੋਕ ਜਿਵੇਂ ਧਰਮ ਨੂੰ ਆ ਆਪਣੇ ਫਾਇਦੇ ਲਈ ਵਰਤ ਰਹੇ ਨੇ, ਅਤੇ ਜੋ ਅਸਲ ਦੇ ਵਿੱਚ ਜੋ ਧਰਮ 'ਚੋਂ ਸਿੱਖਣਾ ਚਾਹੀਦਾ ਉਹ ਕੋਹਾਂ ਦੂਰ ਹੈ। ਉਹਨੂੰ ਕਟਾਸ਼ ਕਰਦੀ ਤੁਹਾਡੀ ਇਹ ਕਵਿਤਾ ਇੱਕ ਤਰੀਕੇ ਦਾ ਜੂਝਣ ਦੇ ਲਈ। ਉਹਦੇ 'ਚ ਕਰਨਵੀਰ, ਉਹਦੇ 'ਚ ਮੈਂ ਤੇ ਸਮਝਦਾ ਬੜੀ ਜ਼ੋਰਦਾਰ ਮੇਰੀ ਇਸ ਕਿਤਾਬ ਦੀ ਭੂਮਿਕਾ 'ਚ ਵੀ ਹੈਗਾ, ਸਾਰਾ ਕੁਛ ਹੈਗਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਸਾਨੂੰ ਪੜ੍ਹਨ ਲਈ ਦਿੱਤਾ ਗਿਆ। ਸਾਡਾ ਗੁਰੂ ਹੈ, ਸਾਡਾ ਟੀਚਰ ਹੈ ਉਹ ਜੀ, ਨਾਟ ਗੋਡ ਨਹੀਂ ਹੈ ਉਹ, ਸਾਡਾ ਟੀਚਰ ਹੈ ਸਾਡਾ ਉਹ। ਲੇਕਿਨ ਅਸੀਂ ਉਹ ਇਸ ਗੱਲ ਨੂੰ ਭੁੱਲ ਗਏ। ਐਜ਼ ਏ ਟੀਚਰ ਨਹੀਂ ਅਸੀਂ ਲੈਂਦੇ, ਕੋਈ ਨਹੀਂ ਲੈਂਦਾ, ਕੋਈ ਲੈਂਦਾ ਹੋਵੇਗਾ, ਪਰ ਮੈਂ ਆਮ ਤੌਰ 'ਤੇ ਹਾਂਜੀ ਅਸੀਂ ਮੱਥੇ ਟੇਕਦੇ ਹਾਂ, ਅਸੀਂ ਗੋਡ ਸਮਝ ਕੇ ਰੱਬ ਸਮਝ ਕੇ ਮੱਥੇ ਟੇਕਦੇ ਚਾਹੀਦਾ ਇਹ ਸੀ ਸਾਨੂੰ, ਅਸੀਂ ਪੜ੍ਹਦੇ ਤੇ ਉਹਨੂੰ ਵਿਚਾਰਦੇ। ਹਾਂਜੀ, ਤੇ ਫਿਰ ਆਪੇ ਸਮਝ ਆ ਜਾਂਦੀ ਹੈ, ਫਿਰ ਸਵਾਲ ਨਾ ਪੈਦਾ ਹੋਣ। ਫਿਰ ਅੱਛਾ, ਜਦੋਂ ਅਸੀਂ ਮੱਥੇ ਟੇਕਣ ਲੱਗ ਪਏ ਔਰ ਫਿਰ ਇੱਕ ਰਵਾਇਤ ਪੈ ਗਈ ਹੈ ਕਿ ਪੈਸੇ ਚੜਾ ਕੇ ਹੀ ਮੱਥੇ ਟੇਕਣੇ ਆ। ਹਾਂਜੀ, ਜਦੋਂ ਅਸੀਂ ਪੈਸੇ ਚੜਾ ਕੇ ਮੱਥੇ ਟੇਕਣ ਲੱਗ ਪਏ ਤੇ ਉਹਨਾਂ ਨੇ ਕਿਹਾ ਇਹ ਤਾਂ ਆਮਦਨ ਦਾ ਸਾਧਨ ਹੈ। ਕੁਛ ਚਤਰ ਵਰਗ ਨੇ ਕਿਹਾ ਇਹ ਤਾਂ ਆਮਦਨ ਦਾ ਸਾਧਨ ਹੈ। ਹੁਣ ਤੁਸੀਂ ਦੇਖ ਲਓ, ਤੁਸੀਂ ਤਾਂ ਮੈਨੂੰ ਪੂਰੇ ਗੁਰਸਿੱਖ ਲੱਗਦੇ ਹੋ ਸਾਰੇ, ਕਿ ਦੁਕਾਨਦਾਰੀ ਹੈ, ਸਾਰੀ ਦੁਕਾਨਦਾਰੀ ਹੈ, ਸਾਰੀ ਦੁਕਾਨਦਾਰੀ ਹੈ। ਔਰ ਫਿਰ ਤੁਸੀਂ ਨਾ ਪਹਿਲੇ ਗੁਰਦੁਆਰੇ ਮਹੰਤਾਂ ਨੇ ਕਬਜ਼ ਕਰ ਲਏ ਸੀ, ਮਹੰਤਾਂ ਨੇ ਕਬਜ਼ਾ ਕਰ ਲਏ, ਮਹੰਤਾਂ ਤੋਂ ਛੁਡਾਏ, ਬੜੀ ਕੁਰਬਾਨੀਆਂ ਦੇ ਕੇ ਛੁਡਾਏ। ਹੁਣ ਮਹੰਤਾਂ ਨੇ ਕਿਹਾ ਵੀ ਜ਼ਰੂਰੀ ਅਸੀਂ ਗੁਰਦੁਆਰਿਆਂ 'ਚ ਹੀ ਬਹਿਣਾ, ਆਪਣੀਆਂ ਦੁਕਾਨਾਂ ਪਾ ਲਓ, ਅਲੱਗ ਪਾ ਲਓ, ਆਪਣੀਆਂ ਕਿਉਂ ਨਹੀਂ, ਆਪ ਕਿਉਂ ਨਹੀਂ ਪਾਉਂਦੇ, ਜ਼ਮੀਨ ਲੈ ਕੇ ਬਣਾ ਲਓ, ਆਪ ਬਣਾ ਲਓ, ਉੱਥੋਂ ਤਾਂ ਨਹੀਂ ਸਾਨੂੰ ਕੋਈ ਉਠਾਏਗਾ। ਉਹੀ ਚੀਜ਼ ਹੈ। ਔਰ ਕਿੰਨੇ ਸੰਤ ਹੈ, ਰਾਮ ਰਹੀਮ ਵਰਗੇ ਕਿੰਨੇ ਨਹੀਂ, ਉਹ ਜਿਹੜੇ ਗੁਰੂ ਮੁੱਖ ਗੁਰੂ ਗ੍ਰੰਥ ਸਾਹਿਬ ਜੀ। ਤੇਰਾ ਜੀ, ਇਹ ਤੋਂ ਬਿਨਾਂ ਲਿਖਣ ਦੇ ਨਾਲ ਨਾਲ ਤੁਸੀਂ ਪੰਜਾਬੀ ਭਾਸ਼ਾ ਦੇ ਨਾਲ ਜੁੜੀਆਂ ਕੋਈ ਪ੍ਰੋਗਰਾਮ ਨੇ, ਉਹਦੇ ਵਿੱਚ ਵੀ ਤੁਸੀਂ ਸਰਗਰਮ ਰਹਿੰਦੇ ਹੋ, ਅਤੇ ਉਹ ਤੋਂ ਬਿਨਾਂ ਨਾਲ ਦੀ ਨਾਲ ਲਿਖਤਾਂ ਦੇ ਨਾਲ ਨਾਲ ਹੋਰ ਕਿੰਨੀਆਂ ਕੁ ਜ਼ਿੰਮੇਵਾਰੀਆਂ ਫਿਰ? ਹਾਂ, ਹੋਰ ਜ਼ਿੰਮੇਵਾਰੀਆਂ ਦੀ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਕਮਿਊਨਿਸਟ ਪਾਰਟੀ ਦਾ ਮੈਂਬਰ ਹਾਂ। ਅੱਛਾ। ਹਾਂਜੀ, ਅਤੇ ਮੈਂਬਰ ਵੀ ਹਾਂ ਅਤੇ ਲੀਡਿੰਗ ਰੋਲ ਵੀ ਮਿਲਦੇ ਰਹੇ ਨੇ, ਹੈਗੇ ਨੇ। ਹਾਂਜੀ, ਅਤੇ ਇਹ ਹਰ ਪਾਰਟੀ ਦਾ ਇੱਕ ਅਲੱਗ ਸੈੱਲ ਹੈਗੇ ਨੇ। ਇੱਕ ਵਪਾਰੀ ਸੈੱਲ ਹੈ, ਇੱਕ ਜਿੱਦਾਂ ਹੁਣ ਇੱਕ ਇੰਟਲੈਕਚੁਅਲ ਸੈੱਲ ਹੈ। ਹਾਂਜੀ, ਹੁਣ ਪਾਰਟੀ ਦਾ ਇੰਟਲੈਕਚੁਅਲ ਸੈੱਲ ਦਾ ਮੈਂ ਸੈਕਟਰੀ ਹਾਂ ਪਾਰਟੀ ਦਾ। ਅੱਛਾ, ਸਾਡੇ ਹੁਣ ਜਿਹੜੀ ਆ ਸਾਡੀ ਮਾਰਕੀਟ ਹੈ, ਸਾਡੀ ਆਪਣੀ ਫਰਨੀਚਰ ਜਿੱਥੇ ਦੁਕਾਨ ਹੈਗੀ ਆ ਜੀ ਮਾਰਕੀਟ ਦਾ, ਉੱਥੇ ਮੈਂ ਸੈਕਟਰੀ ਰਿਹਾ ਕਈ ਸਾਲ, ਫਿਰ ਮੈਂ ਪ੍ਰਧਾਨ ਰਿਹਾ ਕਈ ਸਾਲ, ਅਤੇ ਹੁਣ ਉੱਥੇ ਚੇਅਰਮੈਨ ਉਹਨਾਂ ਨੇ ਮੈਨੂੰ ਰੱਖਿਆ ਆ। ਅਸੀਂ ਹਰ ਸਾਲ 26 ਜਨਵਰੀ 15 ਅਗਸਤ ਝੰਡਾ ਲਹਿਰਾਉਂਦੇ ਹਾਂ, ਸਾਰਾ ਕਰਦੇ ਹਾਂ। ਅੱਛਾ, ਇੱਕ ਵੱਡੀ ਸੰਸਥਾ ਇਹ ਹੈਗੀ ਆ ਜਿਹੜੀ ਕਿ ਜ਼ਰੂਰੀ ਗੱਲ ਮੈਂ ਸਮਝਦਾ ਹੈ ਜੀ, ਚੰਡੀਗੜ੍ਹ ਵਪਾਰ ਮੰਡਲ ਇੱਕ ਬੜੀ ਵੱਡੀ ਸੰਸਥਾ ਹੈ। ਚੰਡੀਗੜ੍ਹ ਵਪਾਰ ਮੰਡਲ ਹੈ ਜੀ, ਹਾਂ, ਜਿਸ ਤਰ੍ਹਾਂ ਸੰਸਥਾ ਬੜੀ ਵੱਡੀ ਸੰਸਥਾ ਹੈ, ਅਤੇ ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ। ਠੀਕ ਹੈ। ਹਾਂਜੀ, ਕਿਉਂਕਿ ਔਰ ਹੋਰ ਵੱਡੀ ਗੱਲ ਇਹ ਹੈ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ, ਯਾਰ ਕਹਿੰਦਾ ਵਪਾਰ ਮੰਡਲ ਦਾ ਕੋਈ ਪ੍ਰੇਅਰ ਗੀਤ ਤਾਂ ਹੋਣਾ ਚਾਹੀਦਾ। ਕਿਸੇ ਇੱਕ ਬੰਦੇ ਨੇ ਕਿਹਾ, ਪ੍ਰਧਾਨ, ਪ੍ਰੇਅਰ ਗੀਤ। ਕਰਨਵੀਰ, ਉਹ ਪ੍ਰੇਅਰ ਗੀਤ ਲਿਖ ਹੋ ਗਿਆ ਬਿਲਕੁਲ। ਅੱਜ ਜਦੋਂ ਵੀ ਮੀਟਿੰਗ ਹੁੰਦੀ ਹੈ ਉੱਥੇ, ਉਹਦੇ ਵਪਾਰ ਮੰਡਲ ਦੀ ਜਦੋਂ ਵੀ ਮੀਟਿੰਗ ਹੁੰਦੀ ਹੈ, 400 ਮੈਂਬਰ ਹੈ ਜੀ, 400 ਮੈਂਬਰ ਹੈ, ਪਹਿਲਾਂ ਉਹ ਗੀਤ ਵੱਜਦਾ, ਸਾਰੇ ਖੜੇ ਹੋ ਕੇ ਉਹ ਗੀਤ ਸੁਣਦੇ ਆ। ਹਾਂਜੀ, ਅਤੇ ਫਿਰ ਜਾ ਕੇ ਕਾਰਵਾਈ ਸ਼ੁਰੂ ਹੁੰਦੀ ਹੈ। ਹਾਂਜੀ, ਉਹਨਾਂ ਨੂੰ ਵੀ ਇੱਕ ਵਪਾਰ ਮੰਡਲ ਦੇ ਵਿੱਚ ਨਾ ਇੱਕ ਲੇਖਕ ਮਿਲ ਗਿਆ। ਹਾਂ, ਨਹੀਂ ਇਹ ਜੀ ਮੈਂ ਹੀ 400 ਬੰਦਿਆਂ 'ਚ ਮੈਂ ਹੀ ਲੇਖਕ ਹਾਂ, ਮੈਂ ਹੀ ਸ਼ਾਇਰ ਹਾਂ, ਮੈਂ ਹੀ ਹੋਰ ਸਾਹਿਤਕ ਹੀ ਬੰਦਾ ਹੀ ਮੈਂ, ਹੋਰ ਹੈ ਨਹੀਂ ਉਹਦੇ 'ਚ ਕੋਈ ਵੀ ਨਹੀਂ। ਜੀ ਜੀ। ਰਾਏ ਜੀ,
ਜਿਵੇਂ ਹੁਣ ਤੁਹਾਡੀ ਅਖੀਰ ਹੁਣ ਹਾਲ ਹੀ ਦੇ ਵਿੱਚ ਜਿਹੜੀ ਕਿਤਾਬ ਆ ਫੁਲਵਾੜੀ ਵਿੱਚ ਪਗਡੰਡੀ, ਹਾਂ ਨਹੀਂ ਇਹਦੇ ਵਿੱਚ ਫਿਰ ਤੁਸੀਂ ਕਿਹੜੇ ਵਿਸ਼ਿਆਂ ਨੂੰ ਛੂਹਿਆ ਹੈ? ਇਹਦੀ ਕੀ ਇਹ- ਬਾਕੀ ਕਿਤਾਬਾਂ ਤੋਂ ਕੀ ਅਲੱਗ ਨਹੀਂ, ਇਹਦੇ ਚ ਵਿਸ਼ੇ ਅਨੇਕ ਹੈ, ਹਰ ਲਾਈਨ 'ਚ ਅਲੱਗ ਵਿਸ਼ਾ ਹੈਗਾ। ਗੱਲ ਇਹ ਨਾ ਫੁਲਵਾੜੀ ਤਾਂ ਫਿਰ ਹੁੰਦਾ ਵੀ ਵੱਖ-ਵੱਖ ਤਰ੍ਹਾਂ ਦੇ ਫੁੱਲ ਹੁੰਦੇ ਨੇ। ਉਹੀ ਹੈ ਨਾ, ਉਹ ਫੁਲਵਾੜੀ ਤੇ ਇਹ ਫੁਲਵਾੜੀ ਵਿੱਚੋਂ ਹੀ ਲੰਘਣ ਵਾਲੀ ਗੱਲ ਹੈ, ਕਿਉਂਕਿ ਇਹਦੇ 'ਚ ਸਿਰਫ ਵਿਚਾਰ ਹੈਗੇ ਨੇ। ਅੱਛਾ। ਹਾਂ, ਇਹਦੇ 'ਚ ਵਿਚਾਰ ਹੀ ਹੈ ਜਿਹੜੇ ਜਿੰਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਜੋ ਮੈਂ ਪੜ੍ਹਿਆ ਉਹ ਮੈਂ ਉਹਨਾਂ ਵਿੱਚੋਂ ਨੋਟ ਕਰਦਾ ਰਿਹਾ। ਇਹ ਨਹੀਂ ਵੀ ਕਿਤਾਬ ਪੜ੍ਹੀ ਤੇ ਛੱਡ ਦਿੱਤੀ। ਹਾਂਜੀ, ਕਿਤਾਬ ਮੈਨੂੰ ਲੀਕਾਂ ਮਾਰ ਕੇ ਪੜ੍ਹਨ ਦੀ ਆਦਤ ਹੈ ਤੇ ਉਹਦੇ ਵਿੱਚੋਂ ਜਿਹੜੇ ਚੰਗੇ ਚੰਗੇ ਵਿਚਾਰ ਸੀਗੇ ਉਹ ਨੋਟ ਕਰਦੇ ਰਹੇ। ਕੁਛ ਤੁਹਾਨੂੰ ਆਪੇ ਹੀ ਸੁੱਤਿਆਂ ਜਾਗਦਿਆਂ ਹੀ ਕਈ ਵਿਚਾਰ, ਬੜੇ ਸੋਹਣੇ ਵਿਚਾਰ ਆਉਂਦੇ ਆ, ਉਹਨਾਂ ਨੂੰ ਨੋਟ ਕਰ ਲੈਣਾ। ਇਸ ਤਰ੍ਹਾਂ ਇਹ ਵਿਚਾਰਾਂ ਦਾ ਸੰਗ੍ਰਹਿ ਹੈ ਜੀ। ਤੇ ਹੁਣ ਤੱਕ 7 ਕਿਤਾਬਾਂ ਚ ਕਿ 8ਵੀਂ ਕਿਤਾਬ ਫਿਰ ਕਦੋਂ ਆ ਰਹੀ ਹੈ? 8ਵੀਂ ਕਿਤਾਬ ਕੁਛ ਲਿਖ ਰਹੇ ਹੋ ਹੁਣ? ਹਾਂ ਹਾਂਜੀ ਹਾਂ। 8ਵੀਂ ਕਿਤਾਬ ਜਿਹੜੀ ਆ ਇਹਦਾ ਇਹ ਫੁਲਵਾੜੀ ਵਿੱਚ ਪਗਡੰਡੀ ਦਾ ਹੀ ਵਿਸਥਾਰ ਹੈ। ਠੀਕ ਹੈ। ਹਾਂਜੀ। ਤੇ ਰਾਏ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇੰਨੀਆਂ ਰਚਨਾਵਾਂ ਸੁਣਾਉਣ ਦੇ ਲਈ। ਜੇ ਕੋਈ ਰਹਿ ਗਈ ਹੋਵੇ ਕੋਈ ਗੱਲ, ਮੈਂ ਚਾਹੂੰਗਾ ਵੀ ਉਹ ਤੁਸੀਂ ਜੇ ਸਾਂਝੀ ਕਰਨੀ ਚਾਹੋ ਤਾਂ ਜ਼ਰੂਰ ਕਰੋ। ਨਹੀਂ, ਕੋਈ ਜ਼ਿੰਦਗੀ ਦਾ ਤਜਰਬਾ, ਕੋਈ ਕਲਮ ਦਾ ਤਜਰਬਾ। ਹਾਂਜੀ, ਰਹਿ ਗਈ ਦੀ ਗੱਲ ਤਾਂ ਤੁਹਾਡੇ ਨੋਟਿਸ ਵਿੱਚ ਆਉਣੀ ਚਾਹੀਦੀ ਹੈ। ਕੋਈ ਰਹਿ ਗਈ ਹੈ ਤਾਂ ਤੁਸੀਂ ਕਰ ਲਓ ਗੱਲ। ਮੈਂ ਤਾਂ ਦੇਖੋ ਤੁਹਾਡੀ ਕਈ ਵਾਰ ਸਾਡੇ ਕੋਲੋਂ ਕੋਈ ਸਵਾਲ ਰਹਿ ਜਾਂਦਾ ਤਾਂ ਸਾਨੂੰ ਹੁੰਦਾ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਉਹ ਜ਼ਿੰਦਗੀ ਨੂੰ ਸੇਧ ਦਿੰਦਾ, ਕਲਮਕਾਰਾਂ ਨੂੰ ਇੱਕ ਸੁਨੇਹਾ ਦਿੰਦਾ, ਤਾਂ ਉਹਨਾਂ ਲਈ ਐਡਾ ਜ਼ਿੰਦਗੀ ਦਾ ਆਪਾਂ ਤਜਰਬਾ ਲੈ ਕੇ ਚੱਲਦੇ ਹਾਂ। ਤਾਂ ਕੋਈ ਆਪਣੇ ਇਸ ਜ਼ਿੰਦਗੀ ਦੇ ਕਲਮ ਦੇ ਤਜਰਬੇ 'ਚੋਂ ਸਾਡੇ ਨਾਲ ਜ਼ਰੂਰ ਸਾਂਝ ਪਾਓ। ਇਹ ਜੋ ਮੇਰੇ ਤਜਰਬੇ 'ਚ ਹੈਗੀ ਗੱਲ, ਜੋ ਪਿਆਰ ਮੁਹੱਬਤ ਦੇ ਜਿਹੜੇ ਗੀਤ ਹੈਗੇ ਆ ਨਾ, ਇਹਨਾਂ ਦੇ ਲੇਖੇ ਬਹੁਤੀ ਉਮਰ ਨਹੀਂ ਲਾਉਣੀ ਚਾਹੀਦੀ। ਜਿੰਨੀ ਕੁ ਲੱਗ ਗਏ ਉਨੀ ਕੁ। ਹੁਣ ਮੈਂ ਮਿਸਾਲ ਦਿੰਦਾ ਕਿ ਬੜੀ ਸਤਿਕਾਰ ਨਾਲ ਮੈਂ ਮਿਸਾਲ ਦਿੰਦਾ ਆਪਣਾ ਸ਼ਿਵ ਕੁਮਾਰ ਬਟਾਲਵੀ ਜੀ। ਸ਼ਿਵ ਬਟਾਲ ਜੀ ਨੇ ਪਿਆਰ ਤੇ ਇਸ਼ਕ ਤੇ ਹੀ ਜ਼ਿਆਦਾ ਲਿਖਿਆ। ਉਹਨਾਂ ਨੇ ਜ਼ਿਆਦਾ ਲਿਖਿਆ। ਕਲਾ ਦੇ ਤੌਰ ਤੇ ਤਾਂ ਉਹ ਮਹਾਨ ਨੇ ਰਚਨਾਵਾਂ, ਲੇਕਿਨ ਸਮਾਜ ਨੂੰ ਦੇਣ ਲਈ ਅਸੀਂ ਸਮਾਜ ਨੂੰ ਸਵਾਰਨ ਸ਼ਿੰਗਾਰਨ ਲਈ ਤਾਂ ਕੁਛ ਨਹੀਂ ਕੱਢ ਸਕਦੇ ਵਿੱਚ। ਇੱਕ ਕਲਾਕ੍ਰਿਤ ਹੈ ਉਹ ਕਮਾਲ ਦੀ ਹੈ, ਉਹਦੀ ਗੱਲ ਹੈ। ਸਾਨੂੰ ਕਲਾ ਦੇ ਤੌਰ ਤੇ ਸਾਨੂੰ ਕਦਰ ਕਰਨੀ ਚਾਹੀਦੀ ਹੈ। ਪਰ ਮੇਰਾ ਥੋੜ੍ਹਾ ਜਿਹਾ ਲਕਸ਼ ਜਾਂ ਹੈ, ਮੇਰੀ ਸੋਚ ਇਹ ਹੈ ਕਿ ਤੁਸੀਂ ਲਿਖੋ ਸਮਾਜ ਦੇ ਕਿਸੇ ਕੋਝ ਦੇ ਉੱਤੇ ਲਿਖੋ, ਉਸ ਕੋਝ ਤੋਂ ਸਮਾਜ ਨੂੰ ਨਫ਼ਰਤ ਹੋਵੇ ਤਾਂ ਸੋਚ ਪੈਦਾ ਹੋਵੇ। ਕਿਉਂਕਿ ਸੋਚ ਤਾਂ ਹੀ ਪੈਦਾ ਹੋ ਸਕਦਾ, ਸਾਨੂੰ ਕੋਝ ਤੋਂ ਨਫ਼ਰਤ ਹੋਏਗੀ ਤਾਂ ਸੋਚ ਪੈਦਾ ਹੋਏਗਾ। ਹਰ ਲੇਖਕ ਨੂੰ ਸੋਚ ਪੈਦਾ ਕਰਨ ਤੱਕ ਸੋਚਣਾ ਚਾਹੀਦਾ। ਹਾਂਜੀ, ਤੇ ਅਗਰ ਉਹਦੇ ਕੋਲ ਕਲਮ 'ਚ ਜ਼ੋਰ ਹੈ ਤੇ ਇਸੇ ਪਾਸੇ ਹੀ ਉਹਦੀ ਕਲਮ ਦਾ ਜ਼ੋਰ ਲੱਗਣਾ ਚਾਹੀਦਾ। ਗੱਲ ਵੀ ਕਲਮ ਆ ਜਿਹੜੀ ਜ਼ਿੰਦਗੀ ਨੂੰ ਕੋਈ ਰਾਹ ਦਿਖਾ ਸਕੇ, ਕੋਈ ਮਕਸਦ ਦੇ ਸਕੇ। ਹਾਂ, ਮਕਸਦ ਜਿਹਨੂੰ ਉਹ ਕਹਿ ਦਈਏ ਖੁਸ਼ੀ ਪੂਰਾ ਸਿਰੇ ਤੱਕ ਪਹੁੰਚਾਉਣ ਦਾ ਰਾਹ ਦਿਖਾਵੇ ਕਲਮ। ਕਿਉਂਕਿ ਇਹ ਵੀ ਚਲੋ ਇੱਕ ਹਿੱਸਾ ਹੈ, ਬਟ ਇਹ ਜ਼ਿੰਦਗੀ ਨਹੀਂ। ਜ਼ਿੰਦਗੀ ਤਾਂ ਬਹੁਤ ਲੰਮੀ ਹੁੰਦੀ ਆ। ਤੁਸੀਂ ਜ਼ਿਕਰ ਕੀਤਾ ਭਗਤ ਸਿੰਘ, ਰਾਜਗੁਰੂ ਉਹਨਾਂ ਨੇ ਆਪਣਾ ਆਪਾ ਜਿਹੜਾ ਆ ਕਿਹਨਾਂ ਲਈ ਵਾਰਿਆ? ਲੋਕਾਂ ਲਈ ਵਾਰਿਆ, ਆਜ਼ਾਦੀ ਲਈ ਵਾਰਿਆ। ਤਾਂ ਇੱਕ ਮਕਸਦ ਦਿੰਦੇ ਸੀ। ਉਹਨਾਂ ਦੀ ਕਲਮ ਅੱਜ ਵੀ ਇੱਕ, ਜੇ ਕਿਤੇ ਜ਼ਬਰ ਹੁੰਦਾ ਤਾਂ ਉਹਦੇ ਖਿਲਾਫ ਆਵਾਜ਼ ਕਿੱਦਾਂ ਉਠਾਉਣੀ ਹੈ, ਤੁਹਾਨੂੰ ਉਹਨਾਂ ਦੀ ਲਿਖਤਾਂ ਤੋਂ, ਉਹਨਾਂ ਦੇ ਜੀਵਨ ਤੋਂ ਸੇਧ ਮਿਲਦੀ ਆ। ਸੋ ਲੇਖਕ ਦਾ ਫਰਜ਼ ਬਣ ਜਾਂਦਾ ਕਿ ਉਹ ਅਜਿਹਾ ਲਿਖੇ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਜ਼ਬੇ ਜ਼ਰੂਰ ਉਹਨਾਂ 'ਚ ਪੈਦਾ ਕਰ ਸਕੇ। ਅਤੇ ਰਾਜ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਸ ਸਾਰੀ ਮੁਹੱਬਤ ਦੇਣ ਦੇ ਲਈ ਅਤੇ ਇਸ ਗੱਲਬਾਤ ਲਈ, ਆਪਣੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਮੈਂ ਧੰਨਵਾਦ ਕਰਾਂ ਤੁਹਾਡਾ ਜੀ। ਅਤੇ ਇਹ ਵੀ ਮੈਨੂੰ ਬਹੁਤ ਛੋਟਾ ਲੱਗਦਾ। ਹਾਂਜੀ, ਅਤੇ ਧੰਨਵਾਦ ਕਰਾਂ ਤਾਂ ਕਿਵੇਂ ਕਰਾਂ ਕਿ ਤੁਸੀਂ ਘਰ ਆ ਕੇ ਮੇਰੇ ਨਾਲ ਗੱਲਬਾਤ ਕੀਤੀ ਹੈ। ਹਾਂਜੀ, ਅਤੇ ਕਰਨਵੀਰ ਬਹੁਤ ਬਹੁਤ ਮਿਹਰਬਾਨੀ। ਹਾਂਜੀ, ਅਤੇ ਬਾਕੀ ਚੈਨਲ ਜਿਹੜਾ ਹੈ ਵਿਜ਼ਨ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਇੱਕ ਸਿੱਧੀ ਸਾਦੀ ਸੇਧ ਰੱਖ, ਇਰਾਦਿਆਂ ਦੀ ਭੀੜ ਨਾ ਕਰ, ਤੇ ਇੱਥੋਂ ਸਾਰੇ ਨਿਭਾਏ ਨਹੀਂ ਜਾਣੇ, ਵਾਅਦਿਆਂ ਦੀ ਭੀੜ ਨਾ ਕਰ। ਸਹਿਬੀ ਰਾਜ ਜੀ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀ ਕਲਮ ਨੇ ਜੋ ਕੁਝ ਲਿਖਿਆ ਉਹ ਉਹਨਾਂ ਦੇ ਮੂੰਹੋਂ ਸੁਣਿਆ। ਜ਼ਿੰਦਗੀ ਬੜੀ ਤੇਜ਼ ਤਰਾਰ ਹੈ, ਪਰ ਫਿਰ ਵੀ ਬੜਾ ਔਖਾ ਹੈ ਕਿ ਇਸ ਵਿੱਚੋਂ ਆਪਾਂ ਵਕਤ ਕੱਢੀਏ।
ਤੇ ਕਹਿ ਦਈਏ ਕਲਮ ਦੀ ਤੇ ਕੁਦਰਤ ਦੀ ਬਰਕਤ ਉਹਨਾਂ ਦੇ ਹਿੱਸੇ ਹੀ ਆਉਂਦੀ ਹੈ, ਜਿਨ੍ਹਾਂ ਨੇ ਇਸ ਮਸ਼ਰੂਫੀਅਤ ਵਿੱਚੋਂ ਸਮਾਂ ਕੱਢਿਆ ਤੇ ਕਲਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਦਿੱਤੀ। ਸਹਿਬੀ ਰਾਜ ਜੀ ਉਹਨਾਂ ਨੇ ਗੱਲਾਂ ਕਾਫੀ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਮੋਟੇ ਤੌਰ 'ਤੇ ਨਿਕਲ ਕੇ ਆਉਂਦਾ ਕਿ ਜ਼ਿੰਦਗੀ ਦਾ ਇੱਕ ਲਕਸ਼ ਜ਼ਰੂਰ ਹੋਣਾ ਚਾਹੀਦਾ। ਭਾਵੇਂ ਜੋ ਤੁਸੀਂ ਜਵਾਨੀ ਛੰਡਾਉਂਦੇ ਹੋ, ਜ਼ਿੰਦਗੀ ਛੰਡਾਉਂਦੇ ਹੋ, ਉਹਨੂੰ ਆਪਣੀ ਕਲਮ ਦੇ ਵਿੱਚ ਦਰਜ ਕਰਦੇ ਹੋ, ਪਰ ਤੁਹਾਡੀ ਕਲਮ ਤੋਂ ਨਿਕਲੇ ਹੋਏ ਸ਼ਬਦ ਅਜਿਹੇ ਹੋਣੇ ਚਾਹੀਦੇ ਨੇ ਕਿ ਉਹ ਪੜ੍ਹਨ ਵਾਲਿਆਂ ਨੂੰ ਅਤੇ ਸਮਾਜ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ, ਉਹਨਾਂ ਨੂੰ ਇੱਕ ਮਕਸਦ ਦੇ ਸਕਣ, ਤਾਂ ਹੀ ਜਿਹੜੀ ਹੈ ਕਲਮ ਕਾਮਯਾਬ ਹੋ ਸਕਦੀ ਹੈ। ਸੋ ਉਮੀਦ ਕਰਦਾ ਕਿ ਦਰਸ਼ਕਾਂ ਨੇ ਵੀ ਇਸ ਗੱਲਬਾਤ ਦਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਾਹਿਤਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।